ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੋਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਇੱਕ ਵੱਡੇ ਕਰਪਸ਼ਨ ਮਾਮਲੇ ਦੀ, ਜਿਸ ਕਰਪਸ਼ਨ ਮਾਮਲੇ ਨੇ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ, ਸਰਕਾਰ ਦੇ ਵਿੱਚ ਸ਼ੰਕੇ ਖੜੇ ਕਰ ਦਿੱਤੇ ਨੇ। ਸੋ ਕਿਹੜਾ ਉਹ ਮਾਮਲਾ ਕਰਪਸ਼ਨ ਦਾ ਜਿਸ ਨੇ ਕਿ ਸਰਕਾਰ ਦੀਆਂ ਨੀਂਦਾਂ ਤੱਕ ਉਡਾ ਕੇ ਰੱਖ ਦਿੱਤੀਆਂ ਨੇ, ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਪਾਰਟੀਆਂ ਦੀ, ਰਾਜਨੀਤਿਕ ਮੇਨ ਪਾਰਟੀਆਂ ਦੀ, ਜਿਨ੍ਹਾਂ ਦੀ ਕਿ ਸ਼ਾਖ ਦਾ ਦੇ ਉੱਪਰ ਲੱਗੀ ਹੋਈ। ਜੇਕਰ ਪੰਜਾਬ ਦੇ ਵਿੱਚ ਗੱਲ ਕਰੀਏ, ਇਹ ਆਪਣੀ ਸ਼ਾਖ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਕਿਹੜੇ ਚੈਲੰਜ ਨੇ ਜਿਨ੍ਹਾਂ ਨੂੰ ਦੂਰ ਕਰਨਾ ਪਏਗਾ ਤੇ ਚੈਲੰਜ ਨੂੰ ਦੂਰ ਕਿਵੇਂ ਕਰਨਗੇ ਪਾਰਟੀਆਂ, ਸਾਰੀਆਂ ਪਾਰਟੀਆਂ ਦੀ ਗੱਲ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿਸਾਨਾਂ ਦੀ, ਕਿਉਂਕਿ ਦਿੱਲੀ ਸੰਘਰਸ਼ ਮੋਰਚੇ ਦੇ ਵਿੱਚ ਕਿਸਾਨਾਂ ਦੇ ਪਿੱਛੇ ਪੂਰਾ ਦੇਸ਼ ਖੜਾ ਨਜ਼ਰ ਆਇਆ ਸੀ। ਭਾਵੇਂ ਕਿ ਦਿੱਲੀ ਦਾ ਸੰਘਰਸ਼ ਜਿੱਤਿਆ ਗਿਆ ਕਿਸਾਨਾਂ ਵੱਲੋਂ, ਲੇਕਿਨ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਖੇਰੂ ਹੁੰਦੀਆਂ ਨਜ਼ਰ ਆਈਆਂ। ਭਾਵੇਂ ਕਿ ਹੁਣ ਇੱਕ ਵਾਰ ਫਿਰ ਤੋਂ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਦੀ ਗੱਲ ਕਰਦੀਆਂ ਹੋਈਆਂ ਨਜ਼ਰ ਆ ਰਹੀ ਨੇ ਇਹ ਕਿਸਾਨ ਜਥੇਬੰਦੀਆਂ ਕੀ ਆਪਣੀ ਸ਼ਾਖ ਨੂੰ ਮੁੜ ਤੋਂ ਠੀਕ ਕਰ ਪਾਉਣਗੀਆਂ, ਕਿਉਂਕਿ ਸ਼ਾਖ ਦੇ ਵਿੱਚ ਗਿਰਾਵਟ ਬਹੁਤ ਆਈ ਹੈ ਦਿੱਲੀ ਸੰਘਰਸ਼ ਤੋਂ ਬਾਅਦ। ਸੋ ਕਿਸ ਤਰੀਕੇ ਦੇ ਨਾਲ ਸ਼ਾਖ ਨੂੰ ਸਹੀ ਕੀਤਾ ਜਾਏਗਾ ਉਸ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਸਿਆਸੀ ਮਾਹਰ ਦੇ ਤੌਰ ਤੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੇਖੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ। ਸੇਖੋਂ ਸਾਹਿਬ, ਜਿਸ ਤਰੀਕੇ ਨਾਲ ਡੀਐਸਪੀ ਲਖਵੀਰ ਸਿੰਘ ਦੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਏਐਸਆਈ ਦਾ ਨਾਮ ਵੀ ਵਿੱਚ ਆਇਆਗਾ ਤੇ ਨਾਲ 2-3 ਹੋਰ ਮੁਲਾਜ਼ਮ ਵੀ ਉਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ। ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਭਗਵੰਤ ਮਾਨ ਜੀ ਦੀ ਗੱਲ ਕਰੀਏ, ਉਹਨਾਂ ਦੀ ਸਰਕਾਰ ਦੀ ਨੀਤੀ ਦੀ ਗੱਲ ਕਰੀਏ, ਮਨਸ਼ਾ ਦੀ ਗੱਲ ਕਰੀਏ, ਤਾਂ ਉਹਨਾਂ ਨੇ ਇਹ ਗੱਲ ਵਾਰ-ਵਾਰ ਦੁਹਰਾਈ ਹੈ ਕਿ ਕਰਪਸ਼ਨ ਦੇ ਉੱਪਰ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਏਗੀ। ਲੇਕਿਨ ਜੇਕਰ ਵੱਡੇ ਅਧਿਕਾਰੀ ਖੁਦ ਕਰਪਸ਼ਨ ਕਰਨਗੇ ਤਾਂ ਸਰਕਾਰ ਇਸ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਿਵੇਂ ਕਰ ਪਾਏਗੀ? ਕਿ ਸਰਕਾਰ ਦੇ ਲਈ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਰਹੇ ਨੇ ਇਹ ਵੱਡੇ ਜੋ ਨੇਤਾ ਨੇ ਤੇ ਨਾਲ ਹੀ ਨਾਲ ਵੱਡੇ ਅਧਿਕਾਰੀ ਨੇ, ਕਿਉਂਕਿ ਖੁਦ ਵੱਡੇ ਕਰਪਸ਼ਨ ਦੇ ਚਾਰਜ ਇਹਨਾਂ ਦੇ ਉੱਪਰ ਲੱਗ ਰਹੇ ਨੇ। ਆਖਿਰ ਸਰਕਾਰ ਕਿਵੇਂ ਕਲੀਅਰ ਕਰੇਗੀ ਸਾਰੀਆਂ ਮੁਸ਼ਕਿਲਾਂ ਨੂੰ? ਮੇਰੇ ਖਿਆਲ ਤੋਂ ਡੀਐਸਪੀ ਦਾ ਨਾਮ ਲਿਆ, ਸ਼ਾਇਦ ਇੱਕ ਕੋਈ ਡੀਆਈਜੀ ਸਾਹਿਬ ਹੈਗੇ, ਉਹਨਾਂ ਦਾ ਵੀ ਨਾਂ ਇਹਦੇ ਵਿੱਚ ਵੱਜਦਾ ਹੈ ਤੇ ਉਹ ਵੀ ਜਿਹੜਾ ਕਰਪਸ਼ਨ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਜਾਂ ਫੜਿਆ ਗਿਆ, ਜੋ ਕੀਤਾ ਗੱਲ ਬਹੁਤ ਠੀਕ ਆ। ਮੈਨੂੰ ਲੱਗਦਾ ਵੀ ਇਹ ਜੇ ਦੇਖਿਆ ਜਾਵੇ ਕਿ ਮੋਟੇ ਤੌਰ ਦੇ ਉੱਤੇ ਇਹ ਸਰਕਾਰ ਨੇ ਜਿਹੜਾ ਆਪਣਾ ਟੌਪ ਸ਼ਾਟਸ ਹੈਗੇ ਉੱਥੇ ਬਹੁਤ ਕਲੀਅਰ ਇੰਡੀਕੇਟ ਕਰਤਾ। ਕਦੀ ਇੱਥੇ ਹੌਲਦਾਰ ਜਾਂ ਥਾਣੇਦਾਰ ਫੜੇ ਜਾਂਦੇ ਸੀ ਕਿ ਮਾੜਾ ਮੋਟਾ ਛੱਡ ਕੇ ਮੁੱਕ ਮੁਕਈਆ ਹੋ ਜਾਂਦਾ ਸੀਗਾ ਜੀ, ਕਿਉਂਕਿ ਪੁਲਿਸ ਦੇ ਮਹਿਕਮੇ ਦੇ ਵਿੱਚ ਤੇ ਮੁੱਕ ਮੁਕਈਆ ਬਹੁਤ ਪੁਰਾਣੀ ਗੱਲ ਹੈਗੀ ਆ। ਤੁਹਾਨੂੰ ਕਿਉਂ ਕੁਝ ਘੱਟ ਕਰ ਦੋ, ਕੁਝ ਵੱਧ ਕਰ ਦਿੰਦੇ ਆ, ਲੈ ਕੇ ਗੱਲ ਲੰਬੇ ਕਰ ਦੋ। ਮੇਰਾ ਖਿਆਲ ਹੈ ਜੇ ਇਹ ਫੜੇ ਗਏ ਆ ਤਾਂ ਇਹ ਤਾਂ ਬਹੁਤ ਵੱਡੀ ਗੱਲ ਹੈਗੀ। ਇਹਦੇ ਨਾਲ ਸਰਕਾਰ ਦਾ ਸਿਰ ਤਾਂ ਮੇਰੇ ਖਿਆਲ ਹੋਰ ਜ਼ਿਆਦਾ ਉੱਚਾ ਹੁੰਦਾ ਜੀ, ਕਿਉਂਕਿ ਹੌਲੀ ਥੋੜਾ ਜਿਹਾ ਹੱਥ ਜਿਹੜਾ ਵੱਡੀਆਂ ਮੱਛੀਆਂ ਵਾਲੇ ਪਾਸੇ ਪੈਣਾ ਸ਼ੁਰੂ ਹੋ ਗਿਆ। ਇਹ ਗੱਲ ਠੀਕ ਆ ਕਿ ਸ਼ੁਰੂ ਤੋਂ ਇਹ ਸਰਕਾਰ ਨੇ ਉੱਪਰਲੇ ਵਾਲੇ ਪਾਸਿਓਂ ਜਿਹੜਾ ਹੱਥ ਪਾਉਣਾ ਸ਼ੁਰੂ ਕੀਤਾ, ਚਾਹੇ ਵੱਡੇ ਡੇਰਿਆਂ ਵਾਲੇ ਜਿਹੜੇ ਬਿਜਲੀ ਚੋਰੀ ਕਰਦੇ ਸੀਗੇ ਜਾਂ ਜਿਹੜੇ ਹੋਰ ਮੰਤਰੀ ਸੀ ਜਾਂ ਆਈਐਸ ਸੀਗੇ ਜਾਂ ਇਹ ਸੀ। ਪਰ ਕਿਉਂਕਿ ਕਰਪਸ਼ਨ ਨੂੰ ਰੋਕਣ ਦਾ, ਫੜਨ ਦਾ ਸਾਰਾ ਕੰਮ ਪੁਲਿਸ ਕੋਲ ਹੁੰਦਾ। ਪੁਲਿਸ ਦਾ ਇੱਕ ਵਿੰਗ ਹੈਗਾ ਵਿਜੀਲੈਂਸ ਵਿੰਗ ਜੀ, ਜਿਹਨਾਂ ਦੇ ਸਾਰਾ ਕਰਪਸ਼ਨ ਜਿਹੜੀ ਹੈਗੀ ਆ ਇਹ ਜਿਹੜੀ ਫੜਨੀ ਹੁੰਦੀ ਆ। ਪਰ ਸਭ ਨੂੰ ਪਤਾ ਕਿ ਜਿਹੜੇ ਵਿਜੀਲੈਂਸ ਦੇ ਵਿੱਚ ਅਫਸਰ ਲੱਗੇ ਆ ਜ਼ਿਲ੍ਹੇ ਦੇ ਲੈਵਲ ਦੇ ਥੱਲੇ, ਪਟਵਾਰੀ ਤੋਂ ਲੈ ਕੇ ਉੱਥੇ ਤੱਕ ਇਹਨਾਂ ਨੇ ਮਹੀਨੇ ਬੱਧੇ ਆ। ਜਿਹੜੇ ਤਹਿਸੀਲਾਂ ਦੇ ਰਜਿਸਟਰੀਆਂ ਕਰਨ ਵਾਲੇ ਆ, ਰਜਿਸਟਰ, ਉਹ ਇਹਨਾਂ ਨੂੰ ਦਿੰਦੇ ਆ। ਇਹ ਬਿਲਕੁਲ ਜਿੱਦਾਂ ਨਾ ਚੋਰ ਤੇ ਕੁੱਤੀ ਵਾਲਾ ਜਿਹੜਾ ਹੈਗਾ ਨਾ, ਉਹ ਸਾਰਾ ਜਿਹੜਾ ਖੇਲ ਬੜਾ ਬੁਰੀ ਤਰ੍ਹਾਂ ਇਹ ਨੈਟਵਰਕ ਸਾਡੇ ਇੱਥੇ ਬਣਿਆ ਹੈ। ਔਰ ਜੇ ਇਹ ਪੁਲਿਸ ਵਾਲੇ, ਖਾਸ ਕਰਕੇ ਪੁਲਿਸ ਵਾਲੇ ਨੂੰ ਫੜ ਰਹੇ ਆ, ਤੇ ਮੈਨੂੰ ਤਾਂ ਲੱਗਦਾ ਕਿ ਬਹੁਤ ਚੰਗੀ ਗੱਲ ਹੈਗੀ, ਕਿਉਂਕਿ ਅਜੇ ਤੱਕ ਵੀ ਇਹ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਇੰਨਾ ਮਤਲਬ ਬਾਹਰ ਕਹਿਰ ਬਚਣ ਡਿਆ ਵਾ, ਇੰਨੀ ਤਰਾਸ ਹੋਣ ਡਈ ਆ, ਇਹਨਾਂ ਲੋਕਾਂ ਦਾ ਬੁਰਾ ਹਾਲ ਹੈਗਾ ਵਾ। ਪਰ ਇਹਨਾਂ ਨੂੰ ਲੱਗਦਾ ਹੀ ਨਹੀਂ। ਮੈਨੂੰ ਲੱਗਦਾ ਵੀ ਇਹ ਜਿਹੜੇ ਕਰਪਸ਼ਨ ਲੈਣ ਵਾਲਿਆਂ ਨੂੰ, ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਚੰਗਾ ਨਹੀਂ ਲੱਗਦਾ, ਪਰ ਇਹਨਾਂ ਨੂੰ ਵੇਖ ਕੇ ਤਾਂ ਲੱਗਦਾ ਵੀ ਕੁੱਤੇ ਨੂੰ ਇੱਕ ਮਤਲਬ ਹੱਡੀ ਦਾ ਸਵਾਦ ਪਿਆ ਹੁੰਦਾ ਹੈ। ਵੱਢੀ ਲੈਣ ਵਾਲੇ ਪੰਜਾਬ ਦੇ ਵਿੱਚ ਇਹਨਾਂ ਦਾ ਸਾਰਾ ਹੀ ਵਰਤਾਰਾ ਇਸ ਕਿਸਮ ਦਾ ਹੈ। ਔਰ ਇਹ ਲੋਕ ਟਲਦੇ ਨਹੀਂ ਉਸ ਗੱਲ ਦੇ ਉੱਤੋਂ ਕਿ ਅਸੀਂ ਵੀ ਦੇਖੋ ਕੀ ਕਰ ਰਹੇ ਆ, ਕਿਉਂ ਸਮਾਜ ਨੂੰ ਕਾਢ ਰਹੇ ਆ। ਕੱਲ ਨੂੰ ਇਹਨਾਂ ਦੇ ਨਿਆਣੇ ਵੱਡੇ ਅਫਸਰਾਂ ਦੇ ਡਰੱਗ ਐਡਿਕਟ ਵੀ ਹੁੰਦੇ ਆ, ਜਾਂ ਇਹਨਾਂ ਅਫਸਰਾਂ ਨੂੰ ਮੁੜ ਕੇ ਜਾ ਕੇ ਤੋਂ ਨੱਠ ਕੇ ਦੂਸਰੇ ਦੇਸ਼ਾਂ ਦੇ ਵਿੱਚ ਪਨਾਹ ਵੀ ਲੈਣੀ ਪੈਂਦੀ ਆ, ਜਾਂ ਉਹ ਅਖੀਰ ਦੇ ਉੱਤੇ ਫਸ ਵੀ ਜਾਂਦੇ ਆ, ਫਿਰ ਵੀ ਇਹ ਜਿਹੜਾ ਉਸ ਪਾਸੇ ਨਹੀਂ ਟਲਦੇ। ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਦਾ ਬਹੁਤ ਕਲੀਅਰ ਇੱਕ ਕਿਸਮ ਦੀ ਡਾਇਰੈਕਸ਼ਨ ਹੈਗੀ। ਲੱਗਦੀ ਆ ਕਿ ਜਿਹੜੇ ਜੋ ਡੀਐਸਪੀ ਹੋਵੇ ਜਾਂ ਡੀਆਈਜੀ ਹੋਵੇ ਜਾਂ
ਤੁਹਾਡੇ ਹੋਰ ਆਈਐਸ ਅਫਸਰ ਪਰ ਕੌਣ ਆ? ਪਰ ਸਰ ਸੇਖੋ ਸਰ ਡੀਆਈਜੀ ਸਾਹਿਬ ਅੱਜ ਉਹ ਡਿਨਾਈ ਕਰਦੇ ਹੋਏ ਆਪਣੇ ਇਲਜ਼ਾਮਾਂ ਨੂੰ ਨਜ਼ਰ ਆਏ ਨੇ। ਉਹ ਕਹਿ ਰਹੇ ਨੇ ਕਿ ਵੀ ਮੇਰੇ ਉੱਪਰ ਕਿਸ ਤਰ੍ਹਾਂ ਦਾ ਮੇਰੀ ਕੋਈ ਗ੍ਰਿਫਤਾਰੀ ਹੋਈ, ਮੇਰੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੋਇਆ, ਮੈਂ ਆਪਣੇ ਘਰ ਆਂਗਾ। ਸੋ ਇਹ ਗੱਲ ਨੂੰ ਡਿਨਾਈ ਕਰਦੇ ਅੱਜ ਨਜ਼ਰ ਆਏ ਨੇ। ਹਾਲਾਂਕਿ ਜਿਵੇਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀ ਡੀਆਈਜੀ ਦਾ ਨਾਮ ਵੀ ਆ ਰਿਹਾ ਸੀ। ਤੇ ਦੂਸਰੇ ਪਾਸੇ ਸੇਖੋ ਸਾਹਿਬ ਅਜੇ ਕਰਪਸ਼ਨ ਦੇ ਜਿਹੜੇ ਚਾਰजेस ਲੱਗੇ ਨੇ ਉਹ ਤਾਂ ਗੰਭੀਰ ਹੈਗੇ ਨੇ, ਲੇਕਿਨ ਉਸ ਤੋਂ ਵੱਧ ਵੱਡੀ ਗੱਲ ਗੰਭੀਰ ਇਹ ਹੈ ਕਿ ਕਰਪਸ਼ਨ ਲਈ ਕਿਤੋਂ ਜਾ ਰਹੀ ਹੈ, ਜੋ ਕਿ ਡਰੱਗ ਦੇ ਵਿੱਚ ਲਿਪਤ ਨੇਗੇ, ਜੋ ਡਰੱਗ ਦਾ ਕਾਰੋਬਾਰ ਕਰਦੇ ਨੇ। ਇਹ ਕਰਪਸ਼ਨ ਤਾਂ ਫਿਰ ਹੋਰ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ ਜੀ। ਯਾਰ ਨੈਕਸਸ ਵਾ, ਵੇਖੋ ਪੋਲੀਟੀਸ਼ੀਅਨ ਦਾ ਨੈਕਸਸ ਦਾ ਡਰੱਗ ਵਾਲਿਆਂ ਨਾਲ ਜੀ, ਪੁਲਿਸ ਦਾ ਨੈਕਸਸ ਦਾ ਡਰੱਗ ਵਾਲਿਆਂ ਦੇ ਨਾਲ, ਔਰ ਹੋ ਸਕਦਾ ਬਿਊਰੋਕਰੇਟ ਵੀ ਹੋਣ। ਜਦੋਂ ਪੋਲੀਟੀਸ਼ੀਅਨ ਡਰੱਗਿਸਟ ਹੋਰ ਤਾਂ ਇਹ ਵੀ ਗੱਲ ਹੋ ਗਈ ਕਿ ਬਹੁਤ ਵੱਡੇ ਵੱਡੇ ਜਿਹੜੇ ਡਰੱਗਿਸਟ ਹੈਗੇ ਆ ਉਹੀ ਪੋਲੀਟੀਸ਼ੀਅਨ ਬਣ ਗਏ। ਤੁਸੀਂ ਦੇਖਿਆ ਹੋਣਾ ਤਰਨਤਾਰਨ 'ਚ ਬਹੁਤ ਪੁਰਾਣਾ ਮਾਮਲਾ ਸੀਗਾ ਕਿ ਐਮਐਲਏ ਦੇ ਘਰੋਂ ਜੀਪ ਜਿਹੜੀ ਸੀ ਗੱਡੀ ਫੜ ਕੇ ਬੜੀ ਸੀ ਹੀਰੋਇਨ ਲੈ ਕੇ, ਤੇ ਉਹ ਜਿਹੜਾ ਸੀ ਉਹ ਮੁੜ ਕੇ ਉੱਥੋਂ ਦੇ ਐਸਐਸਪੀ ਨੂੰ ਬਦਲ ਦਿੱਤਾ ਸੀਗਾ। ਇਹ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਜਿਹੜਾ ਇਹ ਧੰਦਾ ਵਾ ਇਹ ਬਿਨਾਂ ਪੋਲੀਟੀਸ਼ੀਅਨ ਤੋਂ ਨਹੀਂ ਹੋ ਸਕਦਾ। ਔਰ ਉਹਦੇ ਵਿੱਚ ਨੈਚੁਰਲੀ ਪੁਲਿਸ ਨੂੰ ਜਿਸ ਤਰੀਕੇ ਨਾਲ ਯੂਜ਼ ਕਰਦੇ ਆ, ਪੁਲਿਸ ਕਹਿੰਦੇ ਸਾਡਾ ਵੀ ਤਾਂ ਲੱਗਦਾ ਅਸੀਂ ਵੀ ਲਾਈ ਚੱਲੀਏ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਨੈਟਵਰਕ ਇੰਨਾ ਗਹਿਰਾ ਵਾ, ਇਹ ਨੈਟਵਰਕ ਨੂੰ ਤੋੜਨ ਵਾਸਤੇ ਬਹੁਤ ਵੱਡੇ ਥੌੜੇ ਦੀ ਲੋੜ ਆ। ਉਹਦੇ ਲਈ ਇਹ ਹੈਗਾ ਵੀ ਜਿੱਡਾ ਵੱਡਾ ਅਫਸਰ ਵਾ ਜੇ ਇਨਵੋਲਵ ਹੁੰਦਾ ਵਾ, ਜੇ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਡੀਲ ਕੀਤਾ ਜਾਵੇ ਜਾਂ ਉਹਨੂੰ ਫੜਿਆ ਜਾਵੇ, ਘੱਟੋ ਘੱਟ ਜਿਹੜੇ ਥੱਲੇ ਬੰਦੇ ਮੈਸੇਜ ਬਹੁਤ ਕਲੀਅਰ ਜਾਂਦਾ। ਤੁਸੀਂ ਦੇਖੋ ਵੱਡੇ ਵੱਡੇ ਅਫਸਰ ਜਿਹੜੇ ਹੈਗੇ ਆ ਉਹ ਆਪਣੇ ਪੀਐਨਆਂ ਦੁਆਰਾ ਜਿਹੜੇ ਉਹ ਕਰਪਸ਼ਨ ਲੈਂਦੇ ਆ। ਥਾਣਿਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਮਤਲਬ ਉਹ ਮੁਨਸ਼ੀ ਰੱਖੇ ਉਹਨਾਂ ਨੇ, ਜਾਂ ਇੱਥੇ ਜਿਹੜਾ ਸੜਕ ਦੇ ਤੁਸੀਂ ਵੇਖੋ ਜਿਹੜੇ ਟ੍ਰੈਫਿਕ ਵਾਲੇ ਪੁਲਿਸ ਵਾਲੇ ਅਜੇ ਵੀ ਨਹੀਂ ਟਲਦੇ। ਉਹ ਲਾਗੇ ਕੋਈ ਜੂਸ ਦੀ ਰੇਹੜੀ ਹੁੰਦੀ ਆ, ਕੋਈ ਚਾਹ ਦੀ ਦੁਕਾਨ ਹੁੰਦੀ ਆ, ਉਹ ਵਿਚਾਰੇ ਗਰੀਬ ਨੂੰ ਫੜਦੇ ਆ, ਹੱਥ ਜੋੜਦੇ ਆ, ਉਹ ਕਹਿੰਦੇ 100 ਰੁਪਇਆ ਕਿੱਥੇ ਦੀ, ਉਹ ਕਹਿੰਦਾ ਪਰਲੇ ਫਲਾਂ ਰੇਹੜੀ ਨੂੰ ਦੇ ਕੇ ਆ ਜਾ। ਇਹ ਚੱਲਣ ਡਿਆ ਅਜੇ ਵੀ ਉਸ ਤਰੀਕੇ ਨਾਲ, ਪਰ ਇਸ ਕਰਕੇ ਚੱਲਣ ਡਿਆ ਕਿ ਉਹਨਾਂ ਨੂੰ ਪਤਾ ਕਿ ਉਹਦੇ ਵੱਡੇ ਅਫਸਰ ਬਹੁਤ ਲੈਣ ਡਏ ਆ, ਜਾਂ ਉਤਲੇ ਪਾਸੇ ਵੱਲ ਬਹੁਤ ਖਲਾਰਾ ਪਿਆ ਵਾ, ਜਾਂ ਉਹ ਬਚਾਉਂਦੇ ਵੀ ਰਹੇ ਉਹਨਾਂ ਨੂੰ। ਆਪਾਂ ਦੇਖਿਆ ਪਹਿਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਕਰਪਸ਼ਨ ਦੇ ਕੇਸ ਆਉਂਦੇ ਨੇ, ਵੱਡੇ ਵੱਡੇ ਜਿਹੜੇ ਖਾਸ ਕਰਕੇ ਜੋ ਇਰੀਗੇਸ਼ਨ ਵਾਲਾ ਕੇਸ ਸੀਗਾ, ਚਾਹੇ ਉਹ ਸਾਡਾ ਲੁਧਿਆਣੇ ਵਾਲੇ ਘਟਾਲੇ ਵਾਲਾ ਕੇਸ ਸੀਗਾ, ਕਿੱਦਾਂ ਉਹਨਾਂ ਨੂੰ ਬਚਾਇਆ ਗਿਆ ਇੱਕ ਦੂਸਰੇ ਨੂੰ। ਪੁਲਿਸ ਵਾਲੇ ਨੂੰ ਬਚਾਉਂਦੇ ਰਹੇ, ਜਾਂ ਪੋਲੀਟੀਸ਼ੀਅਨ ਨੂੰ ਬਚਾਉਂਦਾ ਰਿਹਾ ਵਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਤਾਣਾ ਬਣਾ ਇੰਨਾ ਵਿਗੜਿਆ ਕਿ ਅਜੇ ਵੀ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਕਿ ਯਾਰ ਇਹ ਖਤਮ ਹੋ ਜੂਗੀ ਜਾਂ ਸਾਨੂੰ ਇਹ ਕੰਮ ਨਹੀਂ ਕਰਨਾ ਪੈਂਦਾ। ਜਿਹੜੀ ਮੈਂ ਪਹਿਲਾਂ ਟਰਮ ਯੂਜ਼ ਕੀਤੀ ਸੀਗੀ ਉਹ ਇੰਨਾ ਸਵਾਦ ਪੈ ਚੁੱਕਾ ਇਹਨਾਂ ਨੂੰ ਕਿ ਇਹ ਤੋਂ ਬਿਨਾਂ ਜੀ ਨਹੀਂ ਸਕਦੇ। ਇਹਨਾਂ ਲੋਕਾਂ ਨੂੰ ਤੇ ਜੇ ਮਤਲਬ ਇੱਕ ਦਿਨ ਤਨਖਾਹ ਲੈ ਕੇ 30 ਦਿਨ ਜੀਣਾ ਪੈ ਜਾਏ ਤਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਅੱਧੀ ਮੌਤ ਉਸੇ ਤਰੀਕੇ ਨਾਲ ਹੋ ਜੂਗੀ ਉਹਦੇ ਵਿੱਚੋਂ। तो इस करके ये करप्शन जी सोशल बीमारी हैगी आ, ये पोलिटिकल बीमारी हैगी आ, ये खास करके आर्थिक जी बहुत बड़ी समस्या है। तुसीं किन्ना तो पैसे लेते हो? ड्रगिस्ट तो पैसे लै रहे हो। ड्रगिस्ट की करते हैं? बेचते हैं। अज तो थोड़े 2-4 6 महीने 8 महीने 10 महीने पहलों या साल पहलों हुण भी चलता होगा, पर पहलों तो बहुत क्लीयर सी आम नशा विकदा है शरेआम। पुलिस वाले आण के दुकान हो जां चौथे दिन उनको पैसे लग जाते, सारे पिंड नूं पता हुंदा सीगा भी ये काम होण डिया। जिहड़ा उसदा सरपंच इनवॉल्व सीगे, जिहड़ा पोलिटिकल एमएलए सी वो इनवॉल्व सी, सारा कुछ साडी ते ताना बाणे विगड़िया सी कि पता नहीं साडी क्यों मत मारी गई आ। ਅਸੀਂ ਆਪਣੇ ਪੈਰੀ ਆਪ ਕੁਹਾੜੀ ਮਾਰਦੇ ਆ। ਹੁਣ ਨਸ਼ਿਆਂ ਵਾਲੇ ਸੁਦਾਗਰਾਂ ਨੂੰ ਜੇ ਤੁਸੀਂ ਪੈਟਰੋਨੇਜ ਕਰੋਗੇ, ਕਿਉਂਕਿ ਪੈਸਾ ਹੈ ਕਿੱਥੇ ਪੰਜਾਬ ਦੇ ਵਿੱਚ ਜੀ, ਜਾਂ ਤਾਂ ਪੈਸੇ ਵਾਲੇ ਲੋਕੀ ਤੋਂ ਬਾਹਰ ਨੱਠੇ ਜਾਂਦੇ ਆ, ਜਾਂ ਨਾ ਕਿ ਕੋਈ ਨੌਕਰੀ ਹੈਗੀ ਆ, ਨਾ ਕਿਸੇ ਕੋਲ ਰਿਸੋਰਸਸ ਹੈਗੇ ਆ। ਅੱਛਾ ਲੜਾਈ ਝਗੜਾ ਸ਼ਾਇਦ ਥੋੜਾ ਬਹੁਤਾ ਪਹਿਲਾਂ ਨੂੰ ਘਟ ਗਿਆ, ਹੁਣ ਤਾਂ ਪੈਸਾ ਹੀ ਨਸ਼ੇ ਵਾਲਾ ਰਹਿ ਗਿਆ, ਨਾ ਇੱਥੇ ਕੋਈ ਇੰਡਸਟਰੀ ਹੈਗੀ ਆ, ਨਾ ਕੋਈ ਹੋਰ ਕੰਮ ਹੈਗਾ। ਤੇ ਪੋਲੀਟੀਸ਼ੀਅਨ ਵਾਸਤੇ ਜਾਂ ਅਫਸਰਾਂ ਵਾਸਤੇ ਜਾਂ ਪੁਲਿਸ ਵਾਸਤੇ ਇੱਕ ਤਾਂ ਬਹੁਤ ਵੱਡਾ ਧੰਦਾ ਬਣ ਗਿਆ। ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਇਹ ਪੈਸਾ ਕਮਾ ਸਕਦੇ ਹਾਂ ਔਰ ਹੋ ਸਕਦਾ। ਇਸੇ ਕਰਕੇ ਕਰਪਸ਼ਨ ਨੂੰ ਲੰਬੇ ਸਮੇਂ ਤੋਂ ਪੈਟਰਨੇਜ ਕੀਤਾ ਗਿਆ। ਇਹ ਸਾਡੀਆਂ ਹੱਡਾਂ 'ਚ ਜਿਹੜੀ ਹੈਗੀ ਆ ਰਚ ਗਈ, ਔਰ ਸਾਨੂੰ ਲੱਗਦਾ ਵੀ ਇਹ ਚੀਜ਼ ਨੂੰ ਦੂਰ ਕਰਨਾ ਬਹੁਤ ਮੁਸ਼ਕਿਲ ਆ। ਪਰ ਮੈਨੂੰ ਲੱਗਦਾ ਵੀ ਜੇ ਕੋਈ ਵੀ ਅਫਸਰ ਕਹਿੰਦਾ ਕਿ ਮੈਂ ਨਹੀਂ, ਉਹਦਾ ਨਾਂ ਹੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੋ ਜਾਂਦੀ, ਕਿਉਂਕਿ ਕੱਲਾ ਡੀਐਸਪੀ ਨੇ ਪੈਸੇ ਨਹੀਂ ਲੈ ਸਕਦਾ, ਥਾਣੇਦਾਰੀ ਨੇ ਪੈਸੇ ਨਹੀਂ ਲੈ ਸਕਦਾ। ਤੁਸੀਂ ਪ੍ਰੋਪਰ ਇਨਕੁਆਇਰੀ ਕਰੋ, ਇਹ ਉੱਪਰਲੇ ਪਾਸੇ ਤੱਕ ਜਾਂਦੀ ਹੈ। ਕਿਉਂਕਿ ਜਦੋਂ ਵੀ ਖਾਸ ਕਰਕੇ ਇਨਕੁਆਇਰੀ ਆਉਂਦੀ ਆ, ਕਿਸੇ ਦਾ ਨਾਂ ਕੱਢਣਾ ਹੁੰਦਾ, ਪਾਉਣਾ ਹੁੰਦਾ, ਉਹਦੇ ਵਿੱਚ ਇੱਕ ਲੰਮੀ ਫਰਿਸਤ ਹੁੰਦੀ ਆ ਕਿ ਕਿਹੜੇ ਬੰਦੇ ਨੇ ਇਨਕੁਆਇਰ ਕਰਨਾ ਵਾ, ਕਿਹੜੇ ਬੰਦੇ ਨੇ ਪਰਮਿਟ ਕਰਨਾ ਵਾ, ਕਿਹੜੇ ਬੰਦੇ ਨੇ ਜਾ ਕੇ ਉਹਦਾ ਨਾਂ ਕੱਢਣਾ ਮੁੜ ਕੇ ਉਹ ਪਾਸੇ ਵੱਲ। ਤਾਂ ਸੌਦੇਬਾਜ਼ੀ ਆ। ਅੱਜ ਭਾਵੇਂ ਤੁਸੀਂ ਪ੍ਰੈਸ ਤੋਂ ਬਾਹਰ ਆਣ ਕੇ ਕਹੋ ਜੀ ਮੇਰਾ ਕੋਈ ਕਸੂਰ ਨਹੀਂ ਹੈ ਜੀ, ਮੈਂ ਇਨਵੋਲਵ ਨਹੀਂ ਸੀਗਾ, ਪਰ ਉਹ ਹਰ ਵਿਅਕਤੀ ਨੂੰ ਆਪਣੀ ਕੌਨਸ਼ੀਅਸ ਤੋਂ ਘੱਟੋ ਘੱਟ ਪੁੱਛਣਾ ਚਾਹੀਦਾ ਹੁੰਦਾ ਵੀ ਵਾਕਿਆ ਹੀ ਉਹ ਇਨਵੋਲਵ ਨਹੀਂ ਸੀਗਾ। ਠੀਕ ਆ, ਤੁਸੀਂ ਦੁਨੀਆ ਦੇ ਕਾਨੂੰਨ ਤੋਂ ਬਚ ਜਾਓਗੇ, ਪਰ ਇਹ ਕੁਦਰਤ ਦਾ ਕਾਨੂੰਨ ਵੀ ਹੈਗਾ, ਔਰ ਕੁਦਰਤ ਦਾ ਕਾਨੂੰਨ ਜਿਹੜਾ ਹੈਗਾ ਵਾ ਉਹ ਅਖੀਰ ਦੇ ਉੱਤੇ ਤੁਹਾਨੂੰ ਉਹਦੇ ਪ੍ਰਤੀ ਜ਼ਿੰਮੇਵਾਰ ਹੋਣਾ ਪਊਗਾ। ਇਹ ਚੰਗੀ ਗੱਲ ਹੈਗੀ ਆ ਕਿ ਲੋਕਾਂ ਨੇ ਹੁਣ ਥੋੜਾ ਜਿਹਾ ਪ੍ਰੈਸ਼ਰ ਪਾਇਆ, ਲੋਕੀ ਖੁੱਲ ਕੇ ਬੋਲਦੇ ਆ। ਲੋਕੀ ਜਿਹੜੇ ਇਹਨਾਂ ਨੂੰ ਖਾਸ ਕਰਕੇ ਸਮਗਲਰਾਂ ਨੇ, ਗੁੰਡਿਆਂ ਨੇ, ਬਦਮਾਸ਼ਾਂ ਨੇ ਕੰਮ ਕਰਨ ਵਾਸਤੇ ਤਾਂ ਨੈਟਵਰਕਿੰਗ ਹੈਗੀ ਆ, ਪਰ ਘੱਟੋ ਘੱਟ ਜਿਹੜੇ ਥੱਲੜੇ ਪਾਸੇ ਵਾਲ ਸੀਗਾ ਜੋ ਵਰਤਾਰਾ ਸੀਗਾ ਉਹ 'ਚ ਥੋੜਾ ਬਹੁਤਾ ਫਰਕ ਪਿਆ। ਤੇ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਸਰਕਾਰ ਦੀ ਇਹ ਪਹਿਲ ਜਿਹੜੀ ਹੈਗੀ ਆ
ਜਿਹੜੇ ਆਮ ਲੋਕੀ ਸੋਚਦੇ ਸੀ ਵੀ ਇਹ ਖਤਮ ਨਹੀਂ ਹੋ ਸਕਦੀ ਜਾਂ ਵੱਡੀਆਂ ਮੱਛੀਆਂ ਨਹੀਂ ਫੜੀਆਂ ਜਾ ਸਕਦੀਆਂ, ਇੱਥੇ ਸਭ ਕੁਝ ਇਦਾਂ ਚੱਲਦਾ ਵਾ। ਤੇ ਮੈਨੂੰ ਲੱਗਦਾ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ, ਮੰਤਰੀ ਤੋਂ ਲੈ ਕੇ IAS ਵਾਲਾ ਸੀਗਾ ਜਾਂ ਹੋਰ ਡਰੱਗ ਇੰਸਪੈਕਟਰ ਵੀ ਸੀ, ਜਾਂ ਇਦਾਂ ਦੇ ਬਹੁਤ ਸਾਰੇ ਹੋਰ ਲੋਕ ਇਦਾਂ ਜਿਹੜੇ 47 ਕੇ 60 ਕੇਸ ਜਿਹੜੇ ਆ ਉਹ ਫੜੇ ਗਏ ਆ। ਨੈਚੁਰਲੀ ਉਹਦੇ ਨਾਲ ਘੱਟੋ ਘੱਟ ਇੱਕ ਕਿਸਮ ਦਾ ਰੁਝਾਨ ਤਾਂ ਸ਼ੁਰੂ ਹੋਊਗਾ ਨਾ, ਲੋਕੀ ਖੜੇ ਹੋਣਗੇ। ਬਿਲਕੁਲ ਸਰ, ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੀ ਜਿਸ ਤਰੀਕੇ ਭਗਵੰਤ ਮਾਨ ਜੀ ਕਹਿ ਰਹੇ ਨੇ ਜੀ। ਪਹਿਲਾਂ ਮੇਰੀ ਗੱਲ ਸੁਣੋ, ਕੱਲੀ ਸਰਕਾਰ ਕਰਪਸ਼ਨ ਨਹੀਂ ਖਤਮ ਕਰ ਸਕਦੀ। ਦੋ ਧਿਰਾਂ ਹੁੰਦੀਆਂ ਸਰਕਾਰ ਦੇ ਵਿੱਚ, ਇੱਕ ਲੋਕ ਹੁੰਦੇ ਆ, ਇੱਕ ਸਰਕਾਰ ਹੁੰਦੀ ਆ। ਅੱਗੇ ਲੋਕ ਡਰਦੇ ਖਲੋਂਦੇ ਨਹੀਂ ਸੀ ਇਹਨਾਂ ਲੋਕਾਂ ਦੇ ਖਿਲਾਫ, ਕਿਉਂਕਿ ਸਰਕਾਰ ਉਹਨਾਂ ਨਾਲ ਰਲੀ ਹੁੰਦੀ ਸੀ ਜੀ। ਹੁਣ ਘੱਟੋ ਘੱਟ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਸਰਕਾਰ ਜੇ ਕੋਈ ਗੱਲ ਹੁੰਦੀ ਹੈ ਤੇ ਸਾਡੀ ਗੱਲ ਸੁਣੀ ਜਾਊਗੀ। ਲੋਕਾਂ ਨੇ ਉੱਠਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਜਿਹੜੇ ਪੈਸੇ ਲੈਂਦੇ ਉਹਨਾਂ ਦੇ ਬਾਰੇ ਬੋਲਣਾ ਸ਼ੁਰੂ ਕਰਤਾ। ਪੁਰਾਣਾ ਇਤਿਹਾਸ ਕੱਢ ਕੇ ਵੇਖ ਲਓ, ਕਦੀ ਵੀ 2-3 ਮਹੀਨਿਆਂ ਦੇ ਵਿੱਚ ਇੰਨੇ ਵੱਡੇ ਕੇਸ ਔਰ ਇੰਨੀ ਨੰਬਰ ਕੇਸ ਜਿਹੜਾ ਕਰਪਸ਼ਨ ਦਾ ਉਹ ਨਹੀਂ ਹੋਇਆ। ਅੱਗੇ ਉਹਦਾ ਕਿ ਪਟਵਾਰੀ ਨੂੰ ਫੜ ਕੇ ਦੇ ਦਿੱਤਾ, ਕਿਸੇ ਉੱਤੇ ਛੋਟੇ ਮੋਟੇ ਮੁਨਸ਼ੀ ਨੂੰ ਟੰਗ ਦਿੱਤਾ, ਜਾਂ ਕੋਈ ਐਸੇ ਨੂੰ ਫੜ ਦਿੱਤਾ। ਕਦੀ ਵੱਡੀ ਮੱਛੀ ਵਾਲੇ ਪਾਸੇ ਆਉਂਦੇ ਨਹੀਂ ਸੀ ਹੁੰਦੇ। ਹਾਂ, ਕੇਸ ਬਣਦੇ ਸੀਗੇ, ਫਿਰ ਉਹ ਖਤਮ ਹੋ ਜਾਂਦੇ ਸੀ। ਅਸੀਂ ਤਾਂ ਇਹ ਵੀ ਦੇਖਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਰਪਸ਼ਨ ਵਾਲੇ ਕੇਸਾਂ 'ਚ ਇਨਵੋਲਵਡ ਬੰਦਿਆਂ ਨੂੰ ਇਹਨਾਂ ਨੇ IAS ਬਣਾਇਆ, ਨੋਮੀਨੇਟ ਕੀਤਾ, ਜਿਨ੍ਹਾਂ ਦੀ ਸਾਰੀ ਜਿਹੜੀ ਸੀਗੀ ਆਪਣੇ ਸਰਵਿਸ ਬੁੱਕ ਰੈੱਡ ਹੋਈ ਸੀ। ਉਹਦੇ ਵਿੱਚ ਕੁਝ ਅਫਸਰ ਦੱਸਦੇ ਉਹਨਾਂ ਦੇ ਵਰਕੇ ਪਾੜ ਕੇ ਉਹਨਾਂ ਨੂੰ ਨਵੀਆਂ ਲਿਖ ਕੇ ਉਹਦੇ ਉੱਤੋਂ ਫਿਰ ਉਹਨਾਂ ਨੂੰ ਪ੍ਰਮੋਟ ਕੀਤਾ। ਜਿਹੜਾ ਪਿਛਲੇ IAS ਪੜ੍ਹਿਆ ਗਿਆ ਉਹਦੇ ਬਾਰੇ ਵੀ ਇਹੀ ਗੱਲ ਆਉਂਦੀ ਸੀਗੀ ਵੀ ਇਹ ਕਿਸ ਕਿਸਮ ਦਾ ਵਿਅਕਤੀ ਨਹੀਂ ਹੋਣਾ ਚਾਹੀਦਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜਾ ਜੇ ਇਸ ਕਿਸਮ ਦੇ ਵੱਡੇ ਲੋਕ ਫੜੇ ਜਾਂਦੇ ਆ, ਵੱਡੇ ਅਫਸਰ ਫੜੇ ਜਾਂਦੇ ਆ, ਤੇ ਇਹ ਇੱਕ ਬਹੁਤ ਪੋਜ਼ਿਟਿਵ ਔਰ ਚੰਗੀ ਪਹਿਲ ਹੋਊਗੀ ਪੰਜਾਬ ਦੇ ਵਿੱਚੋਂ ਕਰਪਸ਼ਨ ਨੂੰ ਘੱਟ ਕਰਨ ਵਾਸਤੇ। ਜੀ ਬਿਲਕੁਲ ਸਰ, ਵੀ ਸ਼ੁਰੂਆਤ ਹੋ ਚੁੱਕੀ ਹੈਗੀ। ਕਿਉਂਕਿ ਪਹਿਲਾਂ ਲੋਕ ਜਦੋਂ ਛੋਟੇ ਅਫਸਰ ਫੜੇ ਗਏ ਸੀ ਸ਼ੁਰੂਆਤ ਦੇ ਵਿੱਚ, ਕਿਉਂਕਿ ਮਾਨ ਸਰਕਾਰ ਨੇ ਕਿਹਾ ਸੀ ਵੀ ਕਰਪਸ਼ਨ ਤੇ 0 ਟੋਲਰੈਂਸ ਹੋਏਗੀ, ਤਾਂ ਲੋਕ ਕਹਿੰਦੇ ਸੀ ਵੱਡੀਆਂ ਮੱਛੀ ਨੂੰ ਹੱਥ ਕਿਉਂ ਨਹੀਂ ਪਾ ਰਹੇ। ਸੋ ਉਧਰ ਵੀ ਹੁਣ ਹੱਥ ਪੈਣਾ ਸ਼ੁਰੂ ਹੋ ਗਿਆ। ਸੋ ਇੱਕ ਮੈਸੇਜ DSP ਦੀ ਗ੍ਰਿਫਤਾਰੀ ਵੱਡੇ ਅਧਿਕਾਰੀਆਂ ਲਈ, ਖਾਸ ਤੌਰ ਤੇ ਪੁਲਿਸ ਦੇ ਅਧਿਕਾਰੀਆਂ ਦੇ ਲਈ, ਕਿਉਂਕਿ ਇਲਜ਼ਾਮ ਇਹ ਲੱਗਦੇ ਸੀ ਕਿ ਪੁਲਿਸ ਨੂੰ ਹੱਥ ਸਰਕਾਰ ਨਹੀਂ ਪਾ ਰਹੀ। ਸੋ ਉਧਰ ਵੀ ਹੱਥ ਪੈਣਾ ਸ਼ੁਰੂ ਹੋ ਗਿਆ, ਜਿਸ ਦੇ ਨਾਲ ਹੁਣ ਵੱਡੇ ਅਧਿਕਾਰੀ ਹੋਰ ਵੀ ਲਪੇਟੇ ਦੇ ਵਿੱਚ ਆ ਸਕਦੇ ਨੇ ਜਦੋਂ DSP ਸਾਹਿਬ ਤੋਂ ਪੁੱਛਗਿੱਛ ਕੀਤੀ ਜਾਏਗੀ। ਸੋ ਦੂਸਰੇ ਪਾਸੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ, ਕਿਉਂਕਿ ਤੁਸੀਂ ਕਹਿ ਰਹੇ ਸੀ ਵੀ ਸੰਰਕਸ਼ਣ ਰਾਜਨੀਤਿਕ ਪਾਰਟੀਆਂ ਵੱਲੋਂ ਹੀ ਦਿੱਤਾ ਜਾਂਦਾ ਇਹਨਾਂ ਅਧਿਕਾਰੀਆਂ ਨੂੰ, ਵੱਡੇ ਅਧਿਕਾਰੀਆਂ ਨੂੰ ਕਰਪਸ਼ਨ ਕਰਨ ਦੇ ਲਈ ਜਾਂ 2 ਨੰਬਰ ਦੇ ਧੰਦੇ ਕਰਨ ਦੇ ਲਈ। ਤੇ ਦੂਸਰੇ ਪਾਸੇ ਸੰਗਰੂਰ ਜਿਮਨੀ ਚੋਣ ਦੀ ਗੱਲ ਕਰੀਏ, ਉੱਥੇ ਲੋਕਾਂ ਦੇ ਵੱਲੋਂ ਇਹਨਾਂ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ, ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਵੇਂ ਦੇਖ ਰਹੇ ਹੋ ਹੁਣ ਕਿਹੜੇ ਚੈਲੰਜਸ ਹੋਣਗੇ ਸਾਰੀਆਂ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ, ਉਹ ਆਪਣੀ ਗਿਰੀ ਹੋਈ ਸ਼ਾਖ ਨੂੰ ਕਿਵੇਂ ਉੱਪਰ ਚੱਕਣਗੇ? ਕਿਉਂਕਿ ਹਾਸ਼ੀਏ ਵੱਲ ਸਾਰੀਆਂ ਪਾਰਟੀਆਂ ਤੱਕੀਆਂ ਗਈਆਂ ਨੇ। ਹੁਣ ਕਿਵੇਂ ਉੱਪਰ ਆਉਣਗੇ? ਕਿਹੜੇ ਚੈਲੰਜਸ ਹੋਣਗੇ ਵੱਖ-ਵੱਖ ਪਾਰਟੀਆਂ ਦੇ ਅੱਗੇ, ਜਿਹੜੇ ਚੈਲੰਜਸ ਉਹਨਾਂ ਨੂੰ ਪਾਰ ਕਰਨੇ ਪੈਣੇ ਨੇ? ਮੈਨੂੰ ਲੱਗਦਾ ਕਿ ਸੰਗਰੂਰ ਦੇ ਲੋਕਾਂ ਨੇ ਇੱਕ ਪੰਜਾਬ ਦੇ ਲੋਕਾਂ ਨੂੰ ਵੱਖਰਾ ਰਾਹ ਵਿਖਾ ਲਿਆ। ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਜਿਹੜਾ ਵੋਟਰ ਹੈਗਾ ਉਹਨੂੰ ਤੁਸੀਂ ਟੇਕਨ ਫਾਰ ਗ੍ਰਾਂਟਡ ਨਾ ਲਓ, ਤੇ ਜੇ ਤੁਸੀਂ ਉਹਨਾਂ ਲਈ ਕੰਮ ਕਰਦੇ ਰਹੋਗੇ, ਚੁੱਪ-ਚਪੀਤੇ ਕੰਮ ਕਰਦੇ ਰਹੋਗੇ, ਤਾਂ ਤੁਹਾਨੂੰ ਉਹ ਸਪੋਰਟ ਦੇਣਗੇ। ਕਦੀ ਵੀ ਆਪਣੇ ਆਪ ਨੂੰ ਇੰਨਾ ਸਮਰੱਥ ਨਾ ਬਣਾ ਲਓ ਵੀ ਕੋਈ ਸਾਨੂੰ ਜਿਹੜਾ ਹੈਗਾ ਇੱਥੇ ਸਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਹੈਗਾ। ਸੰਗਰੂਰ ਦੇ ਲੋਕਾਂ ਨੇ, ਅਸੀਂ ਵੀ, ਸਾਡੇ ਲਈ ਵੀ ਇਹ ਨਵੀਂ ਗੱਲ ਸੀਗੀ, ਸਾਨੂੰ ਲੱਗਦਾ ਸੀਗਾ, ਅਸੀਂ ਵੀ ਇੱਦਾਂ ਸੋਚਦੇ ਸੀਗਾ ਕਿ ਜਿਸ ਪਾਰਟੀ ਨੂੰ 2-3 ਮਹੀਨੇ ਪਹਿਲਾਂ ਉਹਨਾਂ ਨੇ ਜਿਹੜਾ ਹੈਗਾ ਜਿਤਾਇਆ, ਔਰ ਜਿਹੜੀ ਪਾਰਟੀ ਲੱਗਦਾ ਵੀ ਸਰਕਾਰ ਬਣੀ ਆ, ਥੋੜਾ ਬਹੁਤਾ ਲੋਕ ਪੱਖੀ ਫੈਸਲੇ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਨੌਕਰੀਆਂ ਦੀ ਗੱਲ ਕਰ ਰਹੇ ਆ, ਕਰਪਸ਼ਨ ਦੀ ਆਪਾਂ ਗੱਲ ਕੀਤੀ ਉਹਦੀ ਗੱਲ ਕਰ ਰਹੇ ਆ, ਜਾਂ ਉਹਦੇ ਵਿੱਚ ਲੱਗਦਾ ਉਹ ਕਿਤੇ ਸਾਡੀ ਨੀਤ ਸਾਫ਼ ਹੈਗੀ ਆ ਵੀ ਇਹ ਘੱਟੋ ਘੱਟ ਬਾਈ ਇਲੈਕਸ਼ਨ ਨਾਲ ਕੋਈ ਪਤਾ ਫਰਕ ਤੇ ਪੈਣਾ ਨਹੀਂਗਾ। ਤੇ ਇਹ ਪਾਰਟੀ 9 ਉਹਨਾਂ ਦੇ MLA ਹੈਗੇ ਆ, ਵੱਡੇ ਫਰਕ ਨਾਲ ਜਿੱਤੇ ਸੀ। ਮੁੱਖ ਮੰਤਰੀ ਉੱਥੋਂ ਦਾ ਵਾ, ਫਾਈਨਾਂਸ ਮਿਨਿਸਟਰ ਉੱਥੋਂ ਦਾ ਹੈਗਾ ਵਾ, ਜਾਂ ਕੋਈ ਸਿੱਖਿਆ ਮੰਤਰੀ ਆ ਉਹ ਉੱਥੋਂ ਦਾ ਹੈਗਾ ਵਾ, ਤੇ ਇਹਨਾਂ ਲਈ ਕਾਫੀ ਆਸਾਨ ਹੋਊਗਾ। ਪਰ ਸੰਗਰੂਰ ਦੇ ਲੋਕਾਂ ਨੇ ਇੱਕ ਇਸ ਕਿਸਮ ਦਾ ਇੱਕ ਇੰਡੀਕੇਟ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਈ ਗੱਲ ਬੜੀ ਸਿੱਧੀ ਆ, ਭਾਵੇਂ ਉਹ ਬਹੁਤ ਘੱਟ ਵੋਟਾਂ ਦੇ ਹਾਰੇ ਆ, 5700 ਵੋਟਾਂ ਦੇ ਆਮ ਆਦਮੀ ਪਾਰਟੀ ਜਿਹੜੀ ਜੇਤੂ ਸੀ ਉਹ ਹਾਰੀ ਆ, ਉਹਨਾਂ ਨੇ ਉਸ ਵਿਅਕਤੀ ਨੂੰ ਜਿਤਾ ਦਿੱਤਾ ਵਾ ਜਿਹੜਾ ਪਹਿਲੇ ਸਮੇਂ ਤੋਂ ਆਪਣੀਆਂ ਜ਼ਮਾਨਤਾਂ ਜ਼ਬਤ ਕਰਾਉਂਦਾ ਸੀਗਾ। ਜਾਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ, ਅਕਾਲੀ ਸੀ, ਕਾਂਗਰਸੀ ਸੀ, BJP ਨੂੰ ਉਹਨਾਂ ਨੇ ਫਿਰ ਹਾਸ਼ੀਏ ਤੇ ਰੱਖਿਆ। ਤੇ ਮੈਨੂੰ ਤਾਂ ਲੱਗਦਾ ਕਿ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਹੈ ਸੰਗਰੂਰ ਦੇ ਲੋਕਾਂ ਨੇ ਪਾਰਟੀਆਂ ਨੂੰ ਵੀ ਜਾਂ ਦੇ ਬੰਦੇ ਦੇ ਪੁੱਤਾਂ ਨੂੰ ਕੰਮ ਕਰੋ, ਨਟੰਕੀ ਛੱਡੋ, ਜਿਹੜੇ ਮੁੱਦੇ ਉਹ ਲੈ ਕੇ ਆਏ ਸੀ ਔਰ ਆਊਟਰਾਈਟਲੀ ਉਹਨਾਂ ਨੇ ਰਿਜੈਕਟ ਕਰ ਦਿੱਤਾ। ਹੁਣ ਮੈਨੂੰ ਸਭ ਤੋਂ ਜ਼ਿਆਦਾ ਫਨੀ ਮੁੱਦਾ ਜਿਹੜਾ ਸੀ ਉਹ ਅਕਾਲੀ ਦਲ ਦਾ ਲੱਗਦਾ ਸੀ ਕਿ ਇੰਨੀ ਵੱਡੀ ਪਾਰਟੀ ਹੋਵੇ ਔਰ ਕਿਸ ਮੁੱਦੇ ਤੇ ਇਲੈਕਸ਼ਨ ਲੜ ਰਹੇ ਆ, ਔਰ ਉਹ ਮੁੱਦੇ ਦੇ ਉੱਤੇ ਲੋਕਾਂ ਦਾ ਰਿਸਪੌਂਸ ਉਹਨਾਂ ਨੂੰ ਕਿੱਥੋਂ ਮਿਲੂਗਾ? ਪਤਾ ਨਹੀਂ ਕਿਹੜੇ ਉਹਨਾਂ ਦੇ ਜਿਹੜੇ ਹੋਣਗੇ, ਜਿਹੜੇ ਸਲਾਹਕਾਰ ਹੋਣਗੇ
ਜਿਨ੍ਹਾਂ ਨੇ ਉਹਨਾਂ ਨੇ ਮੁੱਦਾ ਦੇ ਦਿੱਤਾ ਜਾਂ ਉਹਨਾਂ ਨੇ ਜਿਹੜਾ ਹੈਗਾ ਸੀਗਾ ਇਸ ਕਿਸਮ ਦੀ ਜਿਹੜੀ ਹੈਗੀ ਆਪਣਾ ਸ਼ੁਰੂ ਕੀਤਾ। ਹਾਂ, ਕਾਂਗਰਸ ਮੰਨਦੀ ਆ ਕਿ ਸਾਡੇ 'ਚ ਬਹੁਤ ਵੱਡੀ ਟੁੱਟ ਭੱਜ ਹੋਈ ਕਿਉਂਕਿ ਉਹਨਾਂ ਦੇ ਵੱਡੇ ਵੱਡੇ ਬੰਦੇ ਚਲੇ ਗਏ। ਕੇਵਲ ਢਿੱਲੋਂ ਪਿਛਲੀ ਵਾਰੀ ਕਾਂਗਰਸ ਦੇ ਵਿੱਚ ਸੀਗਾ, MP ਵੀ ਬਣਿਆ, MLA ਵੀ ਬਣਿਆ, ਇਹ ਛੱਡ ਕੇ ਉੱਪਰ ਚਲ ਗਿਆ। ਚਲੋ ਇਹ ਛੱਡ ਕੇ ਚਲੇ ਗਏ ਉਹਦਾ ਤਾਂ ਆਪਾਂ ਨਾਂ ਹੀ ਨਹੀਂ ਲੈਂਦੇ, ਜਿਹੜਾ ਪਾਰਟੀ ਨੂੰ ਛੱਡ ਕੇ ਚਲੇ ਗਏ ਆਪਣੇ ਮਫਾਦ ਵਾਸਤੇ, ਹੋਰ ਵੀ ਬੰਦੇ ਨਾਲ ਛੱਡ ਕੇ ਚਲੇ ਗਏ। ਪਰ ਫਿਰ ਵੀ ਜਿੰਨਾ ਜ਼ੋਰ BJP ਨੇ ਲਾਇਆ, ਲਾਮਬੰਦੀ ਕੀਤੀ, ਬੰਦੇ ਇਕੱਠੇ ਕੀਤੇ, ਪੈਸਾ ਕੋਲ ਸੀਗਾ, ਵੱਡੇ ਵੱਡੇ ਬੰਦੇ ਲਿਆਂਦੇ, ਆਹ ਹੋ ਜਾਊਗਾ, ਇਹ ਹੋ ਜਾਊਗਾ, ਡਬਲ ਇੰਜਨ ਦੀ ਸਰਕਾਰ ਵਾ, ਬਹੁਤ ਸਾਰੀ ਡਿਵੈਲਪਮੈਂਟ ਕਰਾਂਗੇ, ਲੋਕਾਂ ਨੇ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ। ਤੀਸਰੇ ਨੰਬਰ ਤੇ ਰਹਿਣ ਵਾਲੀ ਪਾਰਟੀ ਜਿਹੜੀ ਕਾਂਗਰਸ ਸੀਗੀ, ਕਾਂਗਰਸ ਤਾਂ ਪਹਿਲੋਂ ਹਾਸ਼ੀਏ ਵਾਲੇ ਪਾਸੇ ਵੱਲ ਸੀਗੇ, ਪਰ ਕਾਂਗਰਸ ਨੂੰ ਲੋਕਾਂ ਨੇ ਉਹਨਾਂ ਹਾਸ਼ੀਏ ਵਾਲੇ ਪਾਸੇ ਵੱਲ ਨਹੀਂ ਧੱਕਿਆ। ਕਾਂਗਰਸ ਨੂੰ ਫਿਰ ਵੀ ਉਹਦੀ ਜਿਹੜੀ ਜਗ੍ਹਾ ਸੀਗੀ, ਆਸ ਉਹਦੇ ਵਾਸਤੇ ਦਵਾਈ ਵੀ ਠੀਕ ਆ, ਤੁਹਾਨੂੰ ਪਿੱਛੇ ਤੁਸੀਂ ਬੜੀ ਬੁਰੀ ਤਰ੍ਹਾਂ ਹਾਰੇ ਜੋ ਔਰ ਤੁਹਾਨੂੰ ਲੋਕਾਂ ਨੇ ਰਿਜੈਕਟ ਕੀਤਾ ਹੈ, ਤੇ ਪਰ ਫਿਰ ਵੀ ਚਲੋ ਰੀਜ਼ਨੇਬਲੀ ਜਿਹੜਾ ਸੀ BJP ਨਾਲੋਂ ਬਹੁਤ ਉਹ ਅਗਲੇ ਪਾਸੇ ਰਹਿ ਗਏ। ਹੁਣ ਗੱਲ ਆਈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਬਹੁਤ ਸਿੱਧੀ ਮੈਸੇਜ ਹੈਗਾ ਵੀ ਨਟੰਕੀ ਵਾਲਾ ਕੰਮ ਛੱਡ ਕੇ ਐਵੇਂ ਜਿਹੜੇ ਪਬਲਿਸਿਟੀ ਕਰਕੇ ਜਾਂ ਜਿਹੜਾ ਤੁਸੀਂ ਉੱਥੋਂ ਜਿਹੜਾ ਹੈਗਾ ਬੰਦੇ ਬਾਹਰੋਂ ਲਿਆ ਕੇ, ਚਾਹੇ ਉਹ ਕੇਜਰੀਵਾਲ ਸੀ, ਸਿਸੋਦੀਆ ਸੀਗਾ, ਸੜਕਾਂ 'ਚ ਤੁਰ ਕੇ ਜਲੂਸ ਕੱਢ ਕੇ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਰਾਦਰ ਉਹ ਬੈਕਫਾਇਰ ਕਰ ਸਕਦਾ ਹੈ। ਔਰ ਇੱਕ ਵਿਅਕਤੀ ਉਹਨੂੰ ਵੋਟ ਪਾਈ ਹੈ ਇਹ ਦੱਸਣ ਵਾਸਤੇ ਵੀ ਅਸੀਂ ਇਹ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੀ ਜਗ੍ਹਾ ਵਿਖਾ ਸਕਦੇ ਹਾਂ, ਜਾਂ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨੂੰ ਆਪਣੀ ਪਲੇਸ ਤੇ ਰੱਖ ਸਕਦੇ ਹਾਂ। ਤੇ ਨਾਲ ਨਾਲ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਦੇ ਹਾਰਨ ਦਾ ਵੱਡਾ ਕਾਰਨ ਇਹ ਕਿ ਇਹ ਵੀ ਦੱਸਦੇ ਆ ਕਿ ਜਿਹੜੇ ਉੱਥੇ ਚੁਣੇ ਹੋਏ ਵਿਧਾਇਕ ਸੀਗੇ, ਉਹਨਾਂ ਦਾ ਜਿਹੜਾ 2-3 ਮਹੀਨਿਆਂ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਲੋਕ ਸੀਗੇ, ਉਹਨਾਂ ਦੇ ਨਾਲ ਕੋਈ ਉਸ ਕਿਸਮ ਦਾ ਰਾਬਤਾ ਨਹੀਂ ਰਿਹਾ। ਮੈਂ ਅਜੇ ਵੀ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਕੋਈ ਬਹੁਤ ਵੱਡਾ ਸੰਗਠਨ ਨਹੀਂ ਹੈਗਾ, ਭਾਵੇਂ ਕਿਸੇ ਪਾਰਟੀ ਦਾ ਵੀ ਨਹੀਂ ਹੈਗਾ। ਆਮ ਆਦਮੀ ਦੀ ਬਹੁਤੀ ਵੋਟ ਜਿਹੜੀ ਆ ਫਲੋਟਿੰਗ ਵੋਟ ਹੁੰਦੀ ਆ, ਔਰ ਫਲੋਟਿੰਗ ਵੋਟ ਜਿਹੜੀ ਇੱਕ ਵੀ ਇਸ਼ੂ ਦੇ ਉੱਤੇ, ਇੱਕ ਵੀ ਮੁੱਦੇ ਦੇ ਉੱਤੇ ਉਹ ਕਿੱਧਰ ਜਾਂਦੀ ਆ ਜਾਂ ਉਹ ਘਰ ਬੈਠ ਜਾਂਦੀ ਆ। ਹੋਇਆ ਇਹ ਕਿ ਸੰਗਰੂਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਜਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਉਣੀ ਸੀ, ਕਿਉਂਕਿ ਵੋਟ ਪਰਸੈਂਟੇਜ ਬਹੁਤ ਘੱਟ ਵਾ, ਇਹ ਜਸਟੀਫਾਈ ਕਰਦੇ ਆ ਕਿ ਸਾਡੇ 37 ਤੋਂ 35% ਹੋਈ, ਉਹ ਭਲਿਓ ਮਾਨਸੋ ਵੋਟ ਹੀ ਸਾਰੀ 45% ਹੋਈ, ਉਹ 'ਚੋਂ 37% ਮਿਲਿਆ। ਜਦੋਂ ਵੋਟ 75% ਹੁੰਦੀ ਸੀ, 70% ਹੁੰਦੀ ਸੀ, ਉਹਦੀ 37% ਦਾ ਬਹੁਤ ਵੱਡੀ ਵੈਲਿਊ ਸੀਗੀ। ਇਸ ਕਰਕੇ ਜਿਹੜੀ ਤੁਹਾਨੂੰ 35% ਵੋਟ ਮਿਲੀ ਆ, ਇਹਦਾ ਮਤਲਬ ਹੈਗਾ ਕਿ ਜਿਹੜੇ ਤੁਹਾਡੇ ਵੋਟਰ ਸੀਗੇ ਉਹਨਾਂ 'ਚ ਐਂਥੂਸੀਆਜ਼ਮ ਖਤਮ ਹੋ ਗਿਆ। ਉਹ ਲੋਕ ਜਿਹੜਾ 3 ਮਹੀਨੇ ਪਹਿਲਾਂ ਸੀ ਜਾਂ ਉਹ ਤੋਂ ਪਹਿਲਾਂ ਸੀਗਾ, ਉਹਦੇ ਕਾਰਨ ਇਹ ਹੋ ਸਕਦੇ ਆ ਕਿ ਪਾਰਟੀ ਦਾ ਢਾਂਚਾ ਉਸ ਕਿਸਮ ਦਾ ਨਹੀਂ ਹੈ। ਉਹਦੇ ਕਾਰਨ ਇਹ ਵੀ ਹੋ ਸਕਦੇ ਆ ਕਿ ਜਿੰਨੀਆਂ ਲੋਕਾਂ ਨੂੰ ਆਸਾਂ ਸੀਗੀਆਂ, ਇਹ ਵੀ ਗੱਲ ਹੁੰਦੀਆਂ ਕਿ ਕਈ ਵਾਰੀ ਅਸੀਂ ਬਹੁਤ ਸਾਰੀਆਂ ਆਸਾਂ ਕਰ ਲੈਂਦੇ ਆ, ਸਰਕਾਰਾਂ ਕੋਲ ਇੰਨੀ ਜਲਦੀ ਆਸਾਂ ਪੂਰੀਆਂ ਨਹੀਂ ਹੁੰਦੀਆਂ। ਸਰਕਾਰਾਂ ਸਟਰਕਚਰ 'ਚ ਕੰਮ ਕਰਦੀਆਂ, ਢਾਂਚੇ 'ਚ ਕੰਮ ਕਰਦੀਆਂ, ਰਿਸੋਰਸਿਸ ਉਹਦੇ ਲਿਮਟਿਡ ਹੁੰਦੇ ਆ। ਇਹ ਤਾਂ ਨਹੀਂ ਹੋਗਾ ਕਿ ਸਾਰਾ ਕੁਝ ਸੰਗਰੂਰ ਵਾਸਤੇ ਕਰ ਦੇਣਾ ਵਾ, ਉਹਨਾਂ ਨੂੰ ਸਾਰਾ ਪੰਜਾਬ ਵੀ ਦੇਖਣਾ ਹੁੰਦਾ ਵਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜੀਆਂ ਪਾਰਟੀਆਂ ਨੂੰ ਹਾਸ਼ੀ ਵਾਲੇ ਪਾਸੇ ਧੱਕਿਆ, ਉਹਨਾਂ ਨੂੰ ਇੰਟਰਸਪੈਕਸ਼ਨ ਕਰਨ ਦੀ ਲੋੜ ਆ। ਸਭ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਮਾੜਾ ਹਾਲ ਅਕਾਲੀ ਦਲ ਦਾ ਹੈ, ਜਿਹੜੀ ਕਿਸੇ ਸਮੇਂ ਦੇ ਵਿੱਚ ਬਹੁਤ ਗਲੋਰੀਅਸ ਹਿਸਟਰੀ ਸੀ ਜੀ। ਔਰ ਇਹ ਸੀਟ ਅਕਾਲੀ ਦਲ ਨੇ 1967 ਤੋਂ ਬਾਅਦ ਬਹੁਤ ਵਾਰੀ ਜਿੱਤੀ ਆ। ਇਹਨੇ ਪਹਿਲੀ ਵਾਰੀ ਇਹਦੀ ਜਿਹੜੀ ਜਿੱਤ ਹੋਈ ਆ 67 ਦੇ ਵਿੱਚ ਹੋਈ ਆ, ਬੀਬੀ ਨਰਲੇਪ ਕੌਰ ਸੀਗੀ, 77 ਦੇ ਵਿੱਚ ਹੋਈ ਆ, ਫਿਰ ਉਹਦੇ ਵਿੱਚ 84 ਦੇ ਵਿੱਚ ਰਾਮੂਵਾਲੀਆ ਸਾਹਿਬ ਜਿੱਤੇ ਸੀ, 89 'ਚ ਜਿੱਤੇ ਸੀਗੇ, ਬਾਅਦ 'ਚ ਜਿੱਤੇ ਆਉਂਦੇ ਰਹੇ। ਉਹਦੇ ਵਿੱਚੋਂ 91 ਦੇ ਵਿੱਚੋਂ ਕਾਂਗਰਸ ਵਾਲਾ ਵਿਜੇਂਦਰ ਸਿੰਘਲਾ ਜਿੱਤ ਗਿਆ ਸੀਗਾ, ਫਿਰ ਬਾਅਦ ਦੇ ਵਿੱਚ ਸਿਮਰਜੀਤ ਸਿੰਘ ਮਾਨ 1-2 ਵਾਰੀ ਜਿੱਤੇ ਇਹਦੇ ਵਿੱਚੋਂ ਆਣ ਕੇ, ਸੁਖਦੇਵ ਸਿੰਘ ਢੀਂਡਸਾ 2004 ਜਿੱਤੇ ਸੀਗੇ, ਮੁੜ ਕੇ ਉਸ ਤੋਂ ਬਾਅਦ ਫਿਰ ਵਿਜੇਂਦਰ ਸਿੰਘਲਾ ਆ ਗਿਆ। ਅਕਾਲੀ ਦਲ ਨੇ ਬਹੁਤ ਵਾਰੀ ਜਿੱਤੇ ਸੀਗੇ, ਔਰ ਇਹ ਅਕਾਲੀ ਹਲਕਾ ਆਮ ਤੌਰ ਤੇ ਗਿਣ ਲੈਂਦੇ ਆ। ਹੁਣ ਇਹ ਤਾਂ ਹਲਕੇ ਇੱਥੇ ਨਹੀਂ ਹੈ ਵੀ ਇਹਦੇ ਵਿੱਚ ਜ਼ਿਆਦਾ ਸਿੱਖਾਂ ਦੀ ਗਿਣਤੀ ਹੈ ਤਾਂ ਪੰਥਕ ਹਲਕਾ ਬਣ ਗਿਆ, ਇਹ ਹਿੰਦੂਆਂ ਦੀ ਗਿਣਤੀ ਹੈ ਹਿੰਦੂ ਹਲਕਾ ਬਣ ਗਿਆ। ਇਹ ਪੰਜਾਬ ਦੇ ਵੋਟਰਾਂ ਨੇ ਪਹਿਲਾਂ ਹੀ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਪਾਰਟੀਆਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਰਾਜ ਕਰਨਾ ਹੈ, ਕਿਉਂਕਿ ਜਿਹੜਾ ਆਪਣਾ ਜਿਹੜੀ ਹੁਣ ਜਿੱਤਿਆ ਸਿਮਰਜੀਤ ਸਿੰਘ ਮਾਨ, ਉਹਦੇ 1.25 ਲੱਖ ਪਹਿਲਾਂ ਵੀ ਸੀਗਾ, ਤੇ 1.25 ਲੱਖ ਹੀ ਉਹ ਸਿਰਫ 89 ਦੇ ਵਿੱਚ ਕੁਝ ਬੰਦੇ ਉਹਦੇ ਨਾਲ ਜ਼ਿਆਦਾ ਆਏ ਸੀਗੇ। 99 ਦੇ ਵਿੱਚ ਇੱਕ ਵਾਰੀ ਇਕੱਲਾ ਜਿੱਤਿਆ ਵਾ, ਮੁੜ ਕੇ ਹੁਣੇ ਜਿੱਤਿਆ ਵਾ। ਇਹ ਕਿੰਨਾ ਲੰਮਾ ਸਮਾਂ MP ਉੱਥੋਂ ਸਸਟੇਨ ਕਰ ਸਕਦਾ, ਉਹ ਤੇ ਸਮਾਂ ਹੀ ਦੱਸੂਗਾ। ਪਰ ਦੂਸਰੀਆਂ ਪਾਰਟੀਆਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈਗੀ ਆ ਕਿ ਅਸੀਂ ਆਪਣੀ ਜਿਹੜੀ ਜ਼ਮੀਨ ਗੁਆਚੀ ਆ। ਉਹਨਾਂ ਦਾ ਅਜੇ ਕਿੰਨਾ ਪੰਜਾਬੀ 'ਚ ਹੈਗਾ, ਡੁੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਹਨਾਂ ਦੇ ਜਿਹੜੇ ਸਪੋਰਟਰ ਸੀ ਉਹ ਘਰ ਬੈਠੇ ਆ। ਉਹਨਾਂ ਦੇ ਸਪੋਰਟਰ ਜਿਹੜੇ ਸੀ ਇਸ ਇਲੈਕਸ਼ਨ ਦੇ ਵਿੱਚ ਇਨਐਕਟਿਵ ਹੋਏ ਆ। ਉਹਨਾਂ ਨੂੰ ਐਕਟੀਵੇਟ ਕਰਨ ਵਾਸਤੇ, ਉਹਨਾਂ ਨੂੰ ਨਾਲ ਜੋੜਨ ਵਾਸਤੇ, ਉਹਨਾਂ ਨੂੰ ਤੋੜਨ ਵਾਸਤੇ ਜੇ ਇਹ ਪਾਰਟੀ ਕੋਈ ਨਾ ਕੋਈ ਉਸ ਕਿਸਮ ਦਾ ਜਿਹੜਾ ਹੈਗਾ ਵਾ ਆਪਣਾ ਪਾਰਟੀ ਦਾ ਢਾਂਚਾ ਹੈ, ਸੰਗਠਨ ਹੈ, ਉਹਨੂੰ ਤਗੜਿਆ ਕਰ ਲੈਂਦੀ ਆ, ਇਹਦੀ ਪੋਸੀਬਿਲਿਟੀ ਅਜੇ ਵੀ ਕਾਫੀ ਬਣੀ ਰਹਿੰਦੀ ਆ। ਦੂਸਰੀ ਗੱਲ ਹੈ ਕਿ ਲੋਕਾਂ ਨੇ ਬਹੁਤ ਡਿਸਟਿੰਕਟ ਕਰ ਦਿੱਤਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਤਰੀਕੇ ਨਾਲ ਇਹ ਸਟੇਟ ਅਸੈਂਬਲੀ 'ਚ ਵੋਟਾਂ ਪਾਉਂਦੇ ਆ, ਉਸੇ ਤਰੀਕੇ ਨਾਲ ਅਸੀਂ ਨੈਸ਼ਨਲ ਜਿਹੜੀ ਪਾਰਲੀਮੈਂਟ ਹੋਊਗੀ ਉਹਦੇ ਵਿੱਚ ਹੀ ਹੋਊਗਾ। ਇਹ 2024 ਦੀ ਇਲੈਕਸ਼ਨ ਬਹੁਤ ਇੰਟਰਸਟਿੰਗ ਹੋਊਗੀ ਜੀ, ਕਿਉਂਕਿ ਉਹਦੇ ਵਿੱਚ ਸਾਨੂੰ ਪਤਾ ਲੱਗੂਗਾ ਵੀ ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਸੋਚ ਹੈ ਕਿ ਨੈਸ਼ਨਲ ਲੈਵਲ ਤੇ ਉਹਦਾ ਪਰਸਪੈਕਟਿਵ ਕੀ ਹੈਗਾ ਵਾ,
ਸਟੇਟ ਲੈਵਲ ਤੇ ਤਾਂ ਠੀਕ ਆ, ਜੇ ਸਰਕਾਰ ਕੋ ਜੇ 5 ਸਾਲ ਹੈਗੇ ਆ, ਇਹਦੇ ਨਾਲ ਉਹਨਾਂ ਨੇ ਚੱਲਣਾ ਹੀ ਚੱਲਣਾ ਵਾ। ਪਰ ਇਹ ਗੱਲ ਇੱਕ ਬਹੁਤ ਵਧੀਆ ਹੋਈ ਆ ਕਿ ਲੋਕਾਂ ਨੇ ਇਸ ਸਰਕਾਰ ਨੂੰ ਝਟਕਾ ਦੇ ਕੇ ਬਹੁਤ ਟਾਈਮ ਸਿਰ ਜਿਹੜਾ ਅਲਰਟ ਕਰ ਦਿੱਤਾ ਵਾ ਕਿ ਕਿਸੇ ਵੀ ਚੀਜ਼ ਨੂੰ ਟੇਕਨ ਫਾਰ ਗ੍ਰਾਂਟਡ ਨਾ ਲਓ। ਕਦੇ ਵੀ ਇਹ ਨਾ ਸੋਚੋ ਕਿ ਅਸੀਂ ਬਹੁਤ ਜ਼ਿਆਦਾ ਲਾਰਜਰ ਦੈਨ ਸਾਈਜ਼ ਆ ਜਾਂ ਲੋਕਾਂ ਨੇ ਸਾਨੂੰ ਹੀ ਵੋਟ ਪਾਉਣੀ, ਦੂਸਰੇ ਨਾ ਪਾਉਣਗੇ। ਲੋਕਾਂ ਨੂੰ ਬਹੁਤ ਹੋਰ ਆਲਟਰਨੇਟਿਵ ਲੱਭਣ ਦਾ ਜਿਹੜਾ ਵਾ ਉਹ ਪਤਾ ਲੱਗ ਗਿਆ। ਇਸ ਮਾਮਲੇ ਦੇ ਵਿੱਚ ਵੀ ਕਿਸਾਨ ਸੰਘਰਸ਼ ਦਾ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੈਗਾ, ਜਦੋਂ ਲੋਕ ਇਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਆਪਣਾ ਰਿਸਪੌਂਸ ਦਿੰਦੇ ਆ। ਬਿਲਕੁਲ ਸਰ, ਤੁਸੀਂ ਕਿਸਾਨ ਸੰਘਰਸ਼ ਦੀ ਗੱਲ ਕੀਤੀ, ਆਪਾਂ ਉਸ ਮੁੱਦੇ 'ਤੇ ਵੀ ਗੱਲ ਕਰ ਲਈਏ। ਜਿਸ ਤਰ੍ਹਾਂ ਦਾ ਰੁਤਬਾ ਦਿੱਲੀ ਸੰਘਰਸ਼ ਤੋਂ ਪਹਿਲਾਂ ਕਿਸਾਨਾਂ ਦਾ ਸੀ, ਕਿਸਾਨ ਜਥੇਬੰਦੀ ਸੀ, ਉਹਨੂੰ ਵੀ ਢਾਹ ਲੱਗਦੀ ਹੋਈ ਨਜ਼ਰ ਆਈ ਹੈ। ਕਿਉਂਕਿ ਚਾਹੇ ਸੰਘਰਸ਼ ਦਿੱਲੀ ਦਾ ਜਿੱਤਿਆ ਗਿਆ ਸੀ, ਲੇਕਿਨ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਕਿਸੇ ਵੀ ਫੈਸਲੇ ਉੱਪਰ ਇੱਕਮਤ ਹੁੰਦੀਆਂ ਨਹੀਂ ਦਿਖੀਆਂ ਸੀ। ਜਿਸ ਤਰ੍ਹਾਂ ਦੀ ਉਹਨਾਂ ਦੇ ਵਿੱਚ ਆਪਾਂ ਦਿੱਲੀ 'ਚ ਦੇਖੀਏ ਏਕਾ ਸੀਗਾ, ਹਰ ਇੱਕ ਗੱਲ ਨੂੰ ਇੱਕ ਸਟੇਜ ਤੋਂ ਮੰਨਿਆ ਜਾਂਦਾ ਸੀ, ਸਾਰੇ ਉੱਪਰ ਲਾਗੂ ਸੀ। ਲੇਕਿਨ ਹੁਣ ਪਾਰਟੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵਿਖਰਦੀਆਂ ਹੋਈਆਂ ਨਜ਼ਰ ਆਈਆਂ ਸੀ। ਭਾਵੇਂ ਕਿ ਹੁਣ ਫਿਰ ਤੋਂ ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਜ਼ਰੂਰ ਕਰ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਜੋ ਰੁਤਬਾ ਉਹਨਾਂ ਦਾ ਦਿੱਲੀ ਸੰਘਰਸ਼ ਵੇਲੇ ਸੀ, ਕਿਸਾਨ ਜਥੇਬੰਦੀਆਂ ਉਸ ਰੁਤਬੇ ਨੂੰ ਦੁਬਾਰਾ ਹਾਸਲ ਕਰ ਲੈਣਗੀਆਂ? ਮੇਰੇ ਖਿਆਲ ਹੁਣ ਤੋਂ ਜ਼ਿਆਦਾ ਵੱਡਾ ਹੋਊਗਾ ਜੇ ਤੁਸੀਂ ਪਿਛਲੇ ਸਮੇਂ ਦੀਆਂ ਘਟਨਾਵਾਂ ਵਾਲੇ ਪਾਸੇ ਹੋ। ਠੀਕ ਆ, ਪੰਜਾਬ ਦੇ ਕੁਝ ਲੋਕਾਂ ਨੇ ਜ਼ਿਆਦਾ ਐਂਬੀਸ਼ੀਅਸ ਹੋ ਗਏ, ਕੁਝ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਲੱਗਾ ਵੀ ਅਸੀਂ ਪਤਾ ਨਹੀਂ ਮੁੱਖ ਮੰਤਰੀ ਦੇ ਖਾਬ ਵੇਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਪ੍ਰੈਸ ਕਾਨਫਰੰਸ ਲੱਗਾ ਕਿ ਬਹੁਤ ਪਬਲਿਸਿਟੀ ਹੋ ਰਹੀ ਆ, ਜਾਂ ਉਹਨਾਂ ਨੇ ਆਪਣੇ ਤੌਰ ਤੇ ਇਲੈਕਸ਼ਨਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਆਪਣੀ ਕੈਂਡੀਡੇਚਰ ਆਪ ਇਹਨੂੰ ਅਡਾਪਟ ਕਰ ਲਈ, ਮੁੜ ਕੇ ਇੱਕ ਕਮੇਟੀ ਬਣਾਤੀ, ਉਹ ਸਾਰਾ ਉਹਨਾਂ ਨੇ ਜੋ ਵੀ ਉਸ ਸਮੇਂ ਕੁਝ ਸਾਰੀਆਂ ਨੇ ਕੁਝ ਜਥੇਬੰਦੀਆਂ ਨੇ ਇਹ ਕੰਮ ਕੀਤਾ, ਜਿਹਦੇ ਵਿੱਚ ਖਾਸ ਕਰਕੇ ਉਹ ਰਾਜੇਵਾਲ ਸਾਹਿਬ ਸੀ, ਜਿਨ੍ਹਾਂ ਦੀ ਚੜ੍ਹਾਈ ਮੇਰੇ ਖਿਆਲ ਕਿ ਇਸ ਸਮੇਂ 'ਚ ਬਹੁਤ ਜ਼ਿਆਦਾ ਸੀਗੀ, ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਵੀ ਉਹ ਡਾਊਨ ਹੋਏ ਆ ਪਰਦੇ ਤੋਂ ਪਿਛਲੇ ਪਾਸੇ ਵਾਲਾ, ਕਿਉਂਕਿ ਐਸਕੇਐਮ ਦਾ ਫੈਸਲਾ ਸੀਗਾ ਵੀ ਅਜੇ ਉਹ ਮੌਕਾ ਨਹੀਂ ਆਇਆ ਅਸੀਂ ਇਲੈਕਸ਼ਨਾਂ ਦੇ ਵਿੱਚ ਸਿੱਧੇ ਤੌਰ ਤੇ ਲੜੀਏ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜਿਹੜੀ ਹੈਗੀ ਆ ਉਹ ਅਗਰਾਹਾਂ ਸਾਹਿਬ ਦੀ ਹੈਗੀ ਜੀ, ਔਰ ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਬ੍ਰੇਕ ਮਿਲੀ ਆ, ਉਹਨਾਂ ਨੇ ਆਪਣੇ ਜਥੇਬੰਦੀ ਨੂੰ ਹੋਰ ਜ਼ਿਆਦਾ ਲਾਮਬੰਦ ਕੀਤਾ ਵਾ ਤੇ ਪੰਜਾਬ ਦੇ ਹੋਰਨਾਂ ਸੂਬਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਵਾ ਇਹਨੂੰ ਵਧਾਇਆ ਵਾ। ਪੰਜਾਬ ਵਿੱਚ ਹੀ ਉਹਦਾ ਪ੍ਰਭਾਵ ਨਹੀਂ ਵਧਿਆ, ਯੂਪੀ ਦੇ ਵਿੱਚ ਵੀ ਜਾਂ ਹਰਿਆਣੇ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਸੁਣੀਆਂ ਜਾ ਰਹੀਆਂ। ਜਿਹੜੀ ਗੱਲ ਤੁਸੀਂ ਹੁਣ ਕੀਤੀ ਆ, ਹੁਣ ਇਹ ਜਿਹੜਾ ਖਾਸ ਕਰਕੇ ਤੁਸੀਂ ਦੇਖਿਆ ਨਾ 3-4 ਦਿਨ ਪਹਿਲਾਂ ਗਾਜ਼ੀਆਬਾਦ ਦੇ ਵਿੱਚ ਮੀਟਿੰਗ ਹੋਈ ਆ ਐਸਕੇਐਮ ਦੀ ਜਾਂ ਹੋਰ ਮੀਟਿੰਗ ਹੋਣ ਵਾਲੀ ਆ, ਹੁਣ ਤਾਂ ਲਾਮਬੰਦੀ ਹੋਰ ਵੱਡੇ ਲੈਵਲ ਤੇ ਹੋ ਰਹੀ ਆ। ਖਾਸ ਕਰਕੇ ਜਦੋਂ ਦਾ ਸੈਂਟਰ ਦੀ ਜਿਹੜੀ ਸਰਕਾਰ ਨੇ ਅਗਨੀਵੀਰ ਆ ਜਾਂ ਅਗਨੀਪਥ ਬੜੀ ਯੋਜਨਾ ਲੈ ਕੇ ਆਏ ਆ, ਕਿਉਂਕਿ ਕਿਸਾਨੀ ਦੇ ਨਾਲ ਹੀ ਸਿੱਧੇ ਤੌਰ ਤੇ ਜੁੜੀ ਆ। ਕੇਂਦਰ ਸਰਕਾਰ ਨੇ ਇਹ ਤਾਂ ਦੇਖ ਲਿਆ ਵੀ ਕਿਸਾਨਾਂ ਨੂੰ ਨਹੀਂ ਅਸੀਂ ਹਰਾ ਸਕੇ, ਪਰ ਉਹਨਾਂ ਨੇ ਦੂਸਰੇ ਬੈਕਡੋਰ ਦੇ ਤੋਂ ਆਖਿਆ ਵੀ ਅਸੀਂ ਕਿਸਾਨਾਂ ਦੇ ਜਿਹੜੇ ਬੱਚੇ ਹੈਗੇ ਆ ਜਾਂ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਲੋਕ ਇਸ ਪਾਸੇ ਵੱਲ ਜਾਂਦੇ ਆ, ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਇੱਕ ਨਵਾਂ ਪਾਲਿਸੀ ਲਿਆ ਕੇ ਤੇ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇੱਕ ਨਵਾਂ ਮਸਲਾ ਪੈਦਾ ਕਰ ਸਕਦੇ ਆ। ਇਹ ਬਹੁਤ ਇਹਨਾਂ ਦੀ ਚੱਲਣ ਦੀ ਆਪਸੀ ਜਿਹੜੀ ਗੱਲਬਾਤ ਚੱਲ ਰਹੀ ਆ। ਸਵਾਏ 3-4 ਨੂੰ ਛੱਡ ਕੇ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸੀ ਇਹ ਵੀ ਹਾਸ਼ੀਅਤ ਆ, ਥੋੜਾ ਪਹਿਲੇ ਪਾਸੇ ਵਾਲਾ, ਇਹਨਾਂ ਨੂੰ ਲੈ ਲੈਣਗੇ। ਪਰ ਇਹ ਜ਼ਰੂਰ ਹੈ ਕਿ ਇਹਨਾਂ ਦਾ ਰੁਤਬਾ ਸ਼ਾਇਦ ਜਿਹੜਾ ਪਹਿਲਾਂ ਹੁੰਦਾ ਸੀ ਉਹ ਨਾ ਹੋਵੇ, ਕਿਉਂਕਿ ਬਾਰ-ਬਾਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਪੰਗਾ ਲਿਆ ਸੀਗਾ। ਪਰ ਇਹ ਗੱਲ ਬਹੁਤ ਪੱਕੀ ਆ ਕਿ ਹੁਣ ਜਿਹੜਾ ਅਗਲਾ ਜਿਹੜਾ ਖਾਸ ਕਰਕੇ ਕਿਸਾਨ ਨਾਲ ਜਿੱਥੇ ਤੱਕ ਸਾਨੂੰ ਥੋੜਾ ਪਤਾ ਲੱਗਦਾ ਹੈ ਕਿ ਜਿਹੜਾ ਹੁਣ ਅਗਲਾ ਸੰਘਰਸ਼ ਹੋਊਗਾ ਉਹਦੇ ਵਿੱਚ ਜਵਾਨ ਜਿਹੜੇ ਐਕਸ ਸਰਵਿਸਮੈਨ ਆ ਉਹ ਵੀ ਨਾਲ ਆਉਣਗੇ। ਪਹਿਲਾਂ ਇਹ ਮੁੱਦਾ ਸਿਰਫ ਕਿਸਾਨਾਂ ਦਾ ਹੀ ਸੀਗਾ, ਹੁਣ ਜਿਹੜੇ ਖਾਸ ਕਰਕੇ ਜਿਹੜੇ ਐਕਸ ਸਰਵਿਸਮੈਨ ਹੈਗੇ ਉਹ ਆ ਜਾਂ ਹੋਰ ਤਬਕਾ ਜਿਹੜਾ ਹੈਗਾ ਉਹ ਹੋਊਗਾ, ਕਿਉਂਕਿ ਕਿਸਾਨ ਸਿਰਫ ਲੜਾਈ ਇਸ ਵੇਲੇ ਆਪਣੇ ਹਿੱਤਾਂ ਦੀ ਪੂਰਤੀ ਲਈ ਨਹੀਂ ਕਰ ਰਿਹਾ। ਕਿਸਾਨਾਂ ਦੀ ਲੜਾਈ ਦਾ ਨੋਮ ਚੋਮਸਕੀ ਨੇ ਕਿਹਾ ਸੀ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਲੋਕਤੰਤਰ ਨੂੰ ਖਤਰੇ ਉੱਭਰ ਰਹੇ ਆ, ਭਾਰਤ ਦੇ ਔਰ ਖਾਸ ਕਰਕੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਦੇ ਕਿਸਾਨ ਇਹ ਉਹ ਲੜਾਈ ਲੜ ਰਹੇ ਆ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕਮਜ਼ੋਰ ਹੋਇਆ, ਬਹੁਤ ਵੱਡਾ ਸੰਘਰਸ਼ ਰਿਹਾ ਵਾ, ਉਹ ਤੋਂ ਬਹੁਤ ਜਾਬਤੇ ਦੇ ਵਿੱਚ ਰਿਹਾ ਔਰ ਇਹਨਾਂ ਨੂੰ ਬਹੁਤ ਕੁਝ ਇਹਨਾਂ ਨੇ ਸਿੱਖਿਆ, ਉਹਦੇ ਵਿੱਚੋਂ ਦੇਸ਼ ਨੂੰ ਬਹੁਤ ਕੁਝ ਸਿਖਾਇਆ, ਸਰਕਾਰਾਂ ਨੂੰ ਉਹਨਾਂ ਦੀ ਆਪਣੀਆਂ ਔਕਾਤਾਂ ਜਿਹੜੀਆਂ ਹੈਗੀਆਂ ਸੀ ਉਹ ਵਿਖਾ ਲਈਆਂ। ਤੇ ਮੈਨੂੰ ਲੱਗਦਾ ਵੀ ਸੈਕੰਡ ਟਾਈਮ ਦੇ ਵਿੱਚ ਜਦੋਂ ਇਹ ਇਕੱਠੇ ਹੋ ਕੇ ਜਾਂ ਮੋਬਿਲਾਈਜ਼ ਕਰਕੇ ਲੋਕਾਂ ਨੂੰ ਇਹ ਮੁੱਦੇ ਦੇ ਉੱਤੇ ਆਉਣ, ਕਿਉਂਕਿ ਕਿਸਾਨਾਂ ਦੇ ਮਸਲੇ ਜੇ ਹੱਲ ਨਹੀਂ ਹੋਏ, MSP ਦਾ ਮਸਲਾ ਉੱਥੇ ਉਸੇ ਤਰੀਕੇ ਨਾਲ ਪਿਆ ਹੈਗਾ, ਜਾਂ ਕਿਸਾਨਾਂ ਦੀਆਂ ਜਿਹੜੀਆਂ ਹੋਰ ਜਾਇਜ਼ ਮੰਗਾਂ ਹੈਗੀਆਂ, ਬਿਜਲੀ ਐਕਟ ਉਸੇ ਤਰੀਕੇ ਨਾਲ ਪਿਆ, ਉਹਦੇ ਵਿੱਚੋਂ ਪੋਲਿਊਸ਼ਨ ਵਾਲਾ ਥੋੜਾ ਬਹੁਤਾ ਘਟਿਆ ਪਰ ਉੱਥੇ ਰਿਹਾ ਹੈ। ਕਿਸਾਨਾਂ ਦੀ ਸੁਸਾਈਡ ਉਸੇ ਤਰੀਕੇ ਨਾਲ ਚੱਲ ਰਹੇ ਆ। ਕਿਸਾਨਾਂ ਦੀ ਜਿਹੜੀ ਖਾਸ ਕਰਕੇ ਜਿਹੜੇ ਇਨਪੁਟ ਕਾਸਟ ਆ ਉਹ ਡਿਸਪ੍ਰੋਪੋਰਸ਼ਨਲੀ ਜਿਹੜੀ ਹੈਗੀ ਆ ਉਹਨਾਂ ਦੀ ਇਨਕਮ ਤੋਂ ਅੱਗੇ ਵਧੀ ਜਾ ਰਹੀ ਆ, ਦਵਾਈ ਦੇ ਖਰਚੇ ਵਧੇ ਜਾ ਰਹੇ ਆ, ਪੜ੍ਹਾਈ ਦੇ ਖਰਚੇ ਵਧੇ ਜਾ ਰਹੇ ਆ, ਹੋਰ ਜਿਹੜੇ ਖਾਸ ਕਰਕੇ ਜਿਸ ਤਰੀਕੇ ਨਾਲ ਬੇਰੁਜ਼ਗਾਰੀ ਵੱਧ ਰਹੀ ਆ। ਮੈਨੂੰ ਲੱਗਦਾ ਵੀ ਕਿਸਾਨ
ਇਸ ਵੇਲੇ ਸਿਰਫ ਆਪਣੀ ਲੜਾਈ ਨਹੀਂ ਲੜ ਰਹੇ, ਉਹ ਦੇਸ਼ ਦੀ ਲੜਾਈ ਲੜ ਰਹੇ ਆ। ਜੀ ਇਸ ਲੜਾਈ ਦੇ ਵਿੱਚ ਮੈਨੂੰ ਲੱਗਦਾ ਕਿ ਵੱਖਰੇ ਵੱਖਰੇ ਤਬਕੇ ਦੇ ਲੋਕ ਜਿਹੜੇ ਹੈਗੇ ਆ ਉਹ ਦੁਬਾਰਾ ਉਹਨਾਂ ਦੇ ਨਾਲ ਆਉਣਗੇ। ਔਰ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੈ, ਕਿਉਂਕਿ ਇਹਨਾਂ ਦੀ ਆਬਾਦੀ ਜਿਹੜੀ ਆ 50% ਤੋਂ ਉੱਤੇ ਆ, 60% ਦੇਸ਼ ਦੇ ਵਿੱਚ ਕਿਸਾਨੀ ਆ, ਮੈਂ ਉਸ ਦਿਨ ਬਹੁਤ ਸੈਟੀਸਫਾਈ ਹੋਊਂਗਾ ਕਿ ਜਿੱਦਣ 2 ਸਾਲ ਨੂੰ, 3 ਸਾਲ ਨੂੰ, 5 ਸਾਲ ਨੂੰ ਇਹ ਆਪਣਾ ਏਜੰਡਾ ਬਣਾ ਕੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਇੱਕ ਕੋਈ ਪੋਲੀਟੀਕਲ ਆਲਟਰਨੇਟਿਵ ਜਿਹੜੀ ਹੈਗੀ ਆ, ਜਿਹੜੀ ਆਲਟਰਨੇਟਿਵ ਰਾਜਨੀਤੀ ਦੀ ਅਸੀਂ ਲੰਬੇ ਸਮੇਂ ਤੋਂ ਗੱਲ ਕਰਦੇ ਆ, ਅਸੀਂ ਆਲਟਰਨੇਟਿਵ ਪਾਰਟੀਆਂ ਦੀ ਗੱਲ ਨਹੀਂ ਕਰਦੇ। ਜੇ ਇੱਕ ਦਿਨ ਉਹ ਏਜੰਡਾ ਲੈ ਕੇ ਆਉਣਗੇ, ਲੋਕਾਂ ਦੇ ਵਿੱਚ ਇਸ ਕਿਸਮ ਦੀ ਯੂਨਿਟੀ ਲਿਆਂਦੀ ਜਾਊਗੀ, ਅਲਟੀਮੇਟਲੀ ਜਿਹੜਾ ਭਲਾ ਇਸ ਦੇਸ਼ ਦਾ ਭਲਾ, ਇੱਥੋਂ ਦੇ ਲੋਕਾਂ ਦਾ ਭਲਾ, ਇੱਥੋਂ ਦਾ ਭਰਾਤਰੀ ਭਾਵ, ਇੱਥੋਂ ਜਿਸ ਕਿਸਮ ਦੀਆਂ ਮੁਸ਼ਕਲਾਂ ਇਹ ਸਰਕਾਰ ਇਸ ਵੇਲੇ ਧਰਮ ਦੇ ਨਾਂ ਦੇ ਉੱਤੇ, ਜਾਤੀ ਦੇ ਨਾਂ ਦੇ ਉੱਤੇ, ਜਾਂ ਜਿਸ ਕਿਸਮ ਦੀ ਜਿਹੜਾ ਦਹਿਸ਼ਤ ਵਿਖਾਲ ਕੇ, ਚਾਹੇ ਈਡੀ ਦੀ ਆ, ਸੀਬੀਆਈ ਦੀ ਆ, ਜਾਂ ਜਿਸ ਤਰੀਕੇ ਨਾਲ ਬੇਰੁਜ਼ਗਾਰੀ ਦੀ ਵਜ੍ਹਾ ਕਰਕੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਵਾ, ਇਹ ਚਲੋ ਨਾ ਸਾਰੀਆਂ ਗੱਲਾਂ ਦਾ ਮਸਲਾ ਜਿਹੜਾ ਹੈਗਾ ਵਾ ਜਾਂ ਹੱਲ ਹੈਗਾ ਵਾ, ਉਹ ਜੇ ਕਿਸਾਨ ਭਾਈਚਾਰਾ ਇਸ ਲੈਵਲ ਦੇ ਉੱਤੇ ਕਿਸੇ ਪੁਆਇੰਟ ਆਫ ਟਾਈਮ ਦੇ ਉੱਤੇ ਜਾ ਕੇ ਇਕੱਠਾ ਹੁੰਦਾ ਵਾ, ਏਜੰਡਾ ਦਿੰਦਾ ਵਾ, ਤੇ ਮੈਨੂੰ ਲੱਗਦਾ ਵੀ ਉਹ ਅਲਟੀਮੇਟਲੀ ਜਿਹਦਾ ਇਹਦਾ ਕਲਾਈਮੈਕਸ ਹੋਊਗਾ। ਔਰ ਇਸ ਵੇਲੇ ਕਿਸਾਨ ਹੌਲੀ ਹੌਲੀ ਜਿਹੜੀ ਆ ਉਸ ਪਾਸੇ ਵੱਲ ਵੱਧ ਰਹੇ ਆ। ਇਹ ਠੀਕ ਆ ਕਿ ਪੰਜਾਬ ਵਾਲਿਆਂ ਨੇ ਬਹੁਤ ਕਾਹਲੀ ਕੀਤੀ, ਜਿੱਦਾਂ ਮੈਂ ਅੱਗੇ ਕਿਹਾ ਵਾ ਕਿ ਉਹਦੇ ਵਿੱਚ ਉਹਨਾਂ ਨੇ ਹੌਬਨਾਬਿੰਗ ਕਰਦੇ ਰਹੇ, ਬਾਰਗੇਨਿੰਗ ਵੀ ਕਰਦੇ ਰਹੇ, ਜਾਂ ਸੁਪਨੇ ਵੀ ਦੇਖਣੇ ਸ਼ੁਰੂ ਹੋ ਗਏ। ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਥਾਂ ਸੀਗੀ, ਸਿਰਫ ਨਾ ਥਾਂ ਹੀ ਵਿਖਾਲੀ ਆ, ਮੇਰੇ ਖਿਆਲ ਆ ਵੀ ਲੰਮੇ ਸਮੇਂ ਤੱਕ ਤੋਂ ਇਸ ਵੇਲੇ ਪਬਲਿਕ ਦੇ ਵਿੱਚ ਆਪਣਾ ਮੂੰਹ ਵਿਖਾਉਣ ਤੋਂ ਜਿਹੜਾ ਹੈਗਾ ਵਾ ਉਹ ਡਰਦੇ ਫਿਰਦੇ ਆ। ਬਿਲਕੁਲ ਸਰ, ਬਿਲਕੁਲ ਤੁਸੀਂ ਕਿਹਾ ਵੀ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਹੁਣ ਦੂਸਰੇ ਸੂਬਿਆਂ ਦੇ ਵਿੱਚ ਵੀ ਪੈਠ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੀਆਂ ਨੇ, ਲੇਕਿਨ ਜੇਕਰ ਇਹਨਾਂ ਨੇ ਵਾਕਈ ਹੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੋਰ ਵੀ ਜ਼ਿਆਦਾ ਸਟਰੈਂਥ ਦੇ ਨਾਲ, ਸ਼ਕਤੀ ਦੇ ਨਾਲ ਆਪਣਾ ਪ੍ਰਦਰਸ਼ਨ ਜੇਕਰ ਕਿਤੇ ਕਰਨਾ ਹੋਇਆ, ਲੇਕਿਨ ਉਸ ਦੇ ਲਈ ਇਹਨਾਂ ਨੂੰ ਸ਼ਾਇਦ ਰਾਜਨੀਤਿਕ ਲਾਲਚ, ਕਿਉਂਕਿ ਪਿਛਲੇ ਇਲੈਕਸ਼ਨਾਂ ਦੇ ਦੌਰਾਨ ਸਿਰਫ ਇੱਕ ਰਾਜਨੀਤਿਕ ਲਾਲਚ ਕਾਰਨ ਹੀ ਇਹ ਜੋ SKMC ਜਾਂ ਫਿਰ ਆਪਾਂ ਕਿਸਾਨ ਜਥੇਬੰਦੀਆਂ ਕਹੀਏ, ਅਲੱਗ-ਅਲੱਗ ਹੁੰਦੇ ਹੋਏ ਨਜ਼ਰ ਆਏ ਸੀ। ਸੋ ਸੇਖੋਂ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਇਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।